ਨਮਸਕਾਰ, ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਾਂ ਵਿਨੇ ਰਾਣਾ। ਅੱਜ ਦਾ ਮੁੱਦਾ ਪ੍ਰੋਗਰਾਮ ਲੈ ਕੇ ਇੱਕ ਵਾਰ ਫਿਰ ਤੁਹਾਡੇ ਸਾਹਮਣੇ ਹਾਜ਼ਰ ਹੋਏ ਹਾਂ ਤੇ ਇਸ ਵਾਰ ਅੱਜ ਦਾ ਮੁੱਦਾ ਪ੍ਰੋਗਰਾਮ ਦੇ ਵਿੱਚ ਅਸੀਂ ਸ਼ਾਮਲ ਕੀਤਾ ਹੈ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੂੰ। ਪ੍ਰਤਾਪ ਸਿੰਘ ਬਾਜਵਾ ਇਹਨਾਂ ਦਿਨਾਂ ਦੇ ਵਿੱਚ ਕਾਫੀ ਸਰਗਰਮ ਹੋਏ ਨੇ ਔਰ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਘੇਰਨ ਦਾ ਕੋਈ ਵੀ ਮੌਕਾ ਉਹ ਛੱਡ ਨਹੀਂ ਰਹੇ ਹੈ। ਲੇਕਿਨ ਪ੍ਰਤਾਪ ਸਿੰਘ ਬਾਜਵਾ ਇਸ ਦੇ ਨਾਲ ਹੀ ਆਪਣੀ ਪਾਰਟੀ ਵਿੱਚੋਂ ਬਾਗੀ ਹੋ ਕੇ ਹੋਰ ਪਾਰਟੀਆਂ 'ਚ ਗਏ ਲੀਡਰਾਂ ਨੂੰ ਵੀ ਕਾਫੀ ਹੱਦ ਤੱਕ ਕੋਸਦੇ ਹੋਏ ਨਜ਼ਰ ਆਉਂਦੇ ਨੇ। ਤੇ ਇਹ ਪ੍ਰਤਾਪ ਸਿੰਘ ਬਾਜਵਾ ਉਹੀ ਲੀਡਰ ਨੇ ਜਿਹੜੇ ਪਹਿਲਾਂ ਉਹਨਾਂ ਲੀਡਰਾਂ ਦੀ ਤਾਰੀਫਾਂ ਕਰਦੇ ਸੀ ਤੇ ਹੁਣ ਉਹ ਉਹਨਾਂ ਲੀਡਰਾਂ ਦੀ ਹੀ ਬੁਰਾਈ ਕਰਦੇ ਨੇ। ਅੱਜ ਇਸੇ ਤੇ ਚਰਚਾ ਕਰਨ ਨੂੰ ਮੇਰੇ ਨਾਲ ਨੇ ਤੇਜਿੰਦਰ ਸਿੰਘ ਅਟਵਾਲ, ਮੇਰੇ ਸਾਥੀ ਜਿਹੜੇ ਪਹਿਲਾਂ ਵੀ ਮੇਰੇ ਨਾਲ ਚਰਚਾ 'ਚ ਬੈਠਦੇ ਰਹੇ ਨੇ। ਤਾਂ ਅੱਜ ਇਸੇ ਮੁੱਦੇ ਤੇ ਲੈ ਕੇ ਅਸੀਂ ਚਰਚਾ ਕਰਾਂਗੇ ਕਿ ਕੀ ਪ੍ਰਤਾਪ ਸਿੰਘ ਬਾਜਵਾ ਨੂੰ ਵਿਰੋਧੀ ਧਿਰ ਦੇ ਆਗੂ ਦੀ ਭੂਮਿਕਾ ਜਿਹੜੀ ਹੁੰਦੀ ਹੈ ਉਹ ਨਿਭਾਉਣੀ ਚਾਹੀਦੀ ਹੈ ਕਿ ਬਿਆਨਬਾਜ਼ੀ ਕਰਨੀ ਚਾਹੀਦੀ ਹੈ। ਤੁਸੀਂ ਦੱਸੋ ਜੀ। ਦੈਨਿਕ ਸਵੇਰਾ ਦੇ ਸਾਰੇ ਦਰਸ਼ਕਾਂ ਦਾ ਅਸੀਂ ਸਵਾਗਤ ਕਰਦੇ ਹੈਗੇ। ਅੱਜ ਦਾ ਜਿਹੜਾ ਮੁੱਦਾ ਅਸੀਂ ਚੱਕਿਆ ਹੈਗਾ ਓਪੋਜੀਸ਼ਨ ਪਾਰਟੀ ਦੇ ਪ੍ਰਤਾਪ ਸਿੰਘ ਬਾਜਵਾ, ਇਹ 'ਚ ਮੈਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹਾਂਗਾ ਕਿ ਇਹ ਮੁੱਦਾ ਇਕੱਲਾ ਇੱਕ ਮੁੱਦਾ ਨਹੀਂ ਹੈਗਾ। ਇਹ ਮੁੱਦੇ ਵਿੱਚ ਹੋਰ ਵੀ ਕਈ ਮੁੱਦੇ ਅੱਜ ਨਿਕਲਣਗੇ, ਤਾਂ ਇਸ ਮੁੱਦੇ ਨੂੰ ਦੇਖਣ ਵਾਸਤੇ ਤੁਸੀਂ ਅੰਤ ਤੱਕ ਸਾਡੇ ਨਾਲ ਬਣੇ ਰਹੋ, ਕਿਉਂਕਿ ਇਹ ਇਕੱਲਾ ਮੁੱਦਾ ਨਹੀਂ, ਇਹਦੇ ਮੁੱਦੇ ਦੇ ਅੰਦਰ ਹੀ ਮੁੱਦੇ ਬਹੁਤ ਸਾਰੇ ਹੈਗੇ ਆ ਜਿਹਦੇ ਅੱਜ ਅਸੀਂ ਚਰਚਾ ਕਰਾਂਗੇ। ਤਾਂ ਉਹਦੀ ਸ਼ੁਰੂਆਤ ਅਸੀਂ ਓਪੋਜੀਸ਼ਨ ਪਾਰਟੀ, ਦੇਖੋ ਹੁਣ ਇਸ ਟਾਈਮ ਮਾਨ ਸਰਕਾਰ ਨੂੰ ਆਏ ਕਾਫੀ ਚਿਰ ਹੋ ਗਿਆ ਹੈਗਾ, ਸਾਲ ਦੇ ਉੱਤੇ ਉਹਨਾਂ ਦੇ ਕੰਮ ਬੋਲਦੇ ਪਏ ਆ, ਤਾਂ ਓਪੋਜੀਸ਼ਨ 'ਚ ਕੋਈ ਇੱਦਾਂ ਦਾ ਨਜ਼ਰ ਹੀ ਨਹੀਂ ਆ ਰਿਹਾ। ਜੇ ਬੀਜੇਪੀ ਹੈਗੀ ਉਹਨਾਂ ਦੇ ਵੱਲੋਂ ਹਾਲੇ ਕੋਈ ਸਵਾਲ ਜਵਾਬ ਨਹੀਂ ਹੋ ਰਹੇ। ਕਾਂਗਰਸ ਵਿੱਚ ਜਿੰਨੇ ਸੀ ਅੱਧੇ ਜ਼ਿਆਦਾ ਪਾਰਟੀਆਂ ਸੀ ਉਹ ਸਾਰੇ ਬੀਜੇਪੀ ਨੇ ਆਪਣੇ ਵੱਲ ਖਿੱਚ ਲਈਆਂ। ਤਾਂ ਹੋਰ ਵੀ ਕਈ ਜਿਹੜੇ ਚਰਚਿਤ ਚਿਹਰੇ ਹੈਗੇ ਇਸ ਲਈ ਨਹੀਂ ਹੈਗੇ, ਤਾਂ ਪ੍ਰਤਾਪ ਸਿੰਘ ਬਾਜਵਾ ਹੀ LOP ਵਾਲੇ ਜਿਹੜੇ ਇੱਕ ਲੀਡਰ ਹੈਗੇ ਆ ਜਿਹੜੇ ਇਸ ਮੁੱਦੇ ਤੇ ਚਰਚਾ ਕਰ ਰਹੇ, ਤਾਂ ਉਹਨਾਂ ਦੀ ਚਰਚਾ ਅੱਜ ਇਸ ਕਰਕੇ ਵੀ ਹੋ ਰਹੀ ਹੈ ਕਿ ਉਹਨਾਂ ਨੇ ਕੁਝ ਸਵਾਲ ਜਵਾਬ ਗੌਰਮੈਂਟ ਆਪਣੀ ਆਪ ਸਰਕਾਰ ਨਾਲ ਕੀਤੀ ਆ, ਕੁਝ ਆਪਣੀ ਪਾਰਟੀ ਦੇ ਨਾਲ ਕੀਤੀ ਹੈਗੀ ਆ। ਕਈ ਮੁੱਦੇ ਉਹਨਾਂ ਨੇ ਇੱਦਾਂ ਦੇ ਚੱਕ ਲਿਆ ਕਿ ਜਿਹੜੇ ਉਹਨਾਂ ਦੇ ਖਿਲਾਫ ਵੀ ਹੋ ਗਏ ਆ, ਤੇ ਇਹ ਸਾਰੇ ਹੀ ਚਰਚੇ ਅੱਜ ਆਪਾਂ ਖੁੱਲ੍ਹ ਕੇ ਕਰਾਂਗੇ। ਪ੍ਰਤਾਪ ਸਿੰਘ ਬਾਜਵਾ ਇੱਕ ਅਜਿਹੇ ਲੀਡਰ ਨੇ ਜਿਹੜੇ ਕਾਹਨੂੰਵਾਨ ਤੋਂ 4 ਵਾਰੀ MLA, 3 ਵਾਰੀ MLA ਰਹੇ ਨੇ, ਤਾਂ ਚੌਥੀ ਵਾਰੀ ਉਹਨਾਂ ਨੂੰ ਕਾਦੀਆਂ ਤੋਂ ਉਹ MLA ਬਣੇ ਨੇ, MP ਵੀ ਰਹੇ ਨੇ, ਰਾਜ ਸਭਾ ਦੇ MP ਵੀ ਰਹੇ ਨੇ ਔਰ ਲੰਮਾ ਚੌੜਾ ਜਿਹੜਾ ਕਹਿ ਸਕਦੇ ਹਾਂ ਰਾਜਨੀਤੀ ਦਾ ਤਜਰਬਾ ਵਾ। ਯੂਥ ਕਾਂਗਰਸ ਦੇ ਪ੍ਰਧਾਨ ਵੀ ਰਹੇ ਨੇ ਔਰ ਜਿਹੜੀ ਸਟੇਟ ਕਾਂਗਰਸ ਦੇ ਪ੍ਰਧਾਨ ਵੀ ਰਹੇ। ਯਾਨੀ ਪ੍ਰਤਾਪ ਸਿੰਘ ਬਾਜਵਾ ਕਾਂਗਰਸ ਦੇ ਵਿੱਚ ਇੱਕ ਬਹੁਤ ਵੱਡਾ, ਪੰਜਾਬ ਦੀ ਰਾਜਨੀਤੀ ਦੇ ਵਿੱਚ ਇੱਕ ਬਹੁਤ ਵੱਡਾ ਨਾਮ ਹੈ। ਲੋਕ ਸਭਾ ਦੇ ਵਿੱਚ ਵੀ ਖੁੱਲ੍ਹ ਕੇ ਬੋਲਣ ਵਾਲੇ ਪ੍ਰਤਾਪ ਸਿੰਘ ਬਾਜਵਾ। ਲੇਕਿਨ ਹੁੰਦਾ ਕੀ ਹੈ ਕਿ ਵਿਧਾਨ ਸਭਾ ਦੇ ਵਿੱਚ ਜਿਹੜਾ ਓਪੋਜੀਸ਼ਨ ਲੀਡਰ ਹੈ ਨਾ, ਉਹ ਲੋਕਾਂ ਦੀ ਆਵਾਜ਼ ਹੁੰਦਾ, ਕਿਉਂਕਿ ਸਰਕਾਰ ਤੱਕ ਲੋਕਾਂ ਦੀ ਆਵਾਜ਼ ਪਹੁੰਚਾਉਣ ਵਾਲਾ ਸਿਰਫ ਓਪੋਜੀਸ਼ਨ ਲੀਡਰ ਹੀ ਹੁੰਦਾ। ਤੇ ਲੇਕਿਨ ਇਸ ਵਾਰ ਜਿਹੜੇ ਪ੍ਰਤਾਪ ਸਿੰਘ ਬਾਜਵਾ ਹੈ, ਜਿਹੜੇ ਬਿਆਨਬਾਜ਼ੀ ਜਿਸ ਤਰ੍ਹਾਂ ਦੀ ਕਰਦੇ ਆ, ਉਹ ਤੋਂ ਥੋੜ੍ਹਾ ਜਿਹਾ ਐਂ ਲੱਗਦਾ ਹੈ ਜਿੱਦਾਂ ਨਾ ਕਿ ਉਹਨਾਂ ਨੂੰ ਇਹ ਲੱਗਦਾ ਹੈ ਕਿ ਉਹ ਇਕੱਲੇ ਰਹਿ ਗਏ ਨੇ। ਹਾਂਜੀ, ਦੇਖੋ ਜੀ, ਮਾਹੌਲ ਹੀ ਕੁਛ ਇੱਦਾਂ ਬਣਿਆ ਹੈਗਾ। ਪਿਛਲੇ 6 ਮਹੀਨੇ ਦੀ ਜੇ ਆਪਾਂ ਗੱਲ ਕਰੀਏ, ਇਹਨਾਂ ਦੇ ਪਾਰਟੀ ਦੇ ਜਿੰਨੇ ਵੱਡੇ ਵੱਡੇ ਲੀਡਰ ਸੀ ਸਾਰੇ ਇੱਕ ਇੱਕ ਕਰਕੇ ਕੁਰਸੀਆਂ ਛੱਡ ਕੇ ਚਲੇ ਗਏ। ਤਾਂ ਇਹਨਾਂ ਦੇ ਨਾਲ ਦੀਆਂ ਜਿੰਨੀਆਂ ਬਰਾਬਰ ਦੀ ਕੁਰਸੀਆਂ ਸੀ, ਜਿਹੜੇ ਇਹਨਾਂ ਨਾਲ ਸਹਿਯੋਗੀ ਸੀ, ਜਿਹੜੇ ਇੰਨੇ ਦੇਰ ਤੱਕ ਇਹਨਾਂ ਨਾਲ ਇਕੱਠੇ ਕੰਮ ਕਰਦੇ ਸੀ, ਉਹ ਛੱਡ ਕੇ ਚਲੇ ਗਏ। ਕੋਈ ਨਾ ਕੋਈ ਵਜ੍ਹਾ ਤਾਂ ਹੋਗੀ ਕਿ ਆਪਸ 'ਚ ਇਹਨਾਂ ਦੀ ਗੱਲਬਾਤ ਇੰਨੀ ਨਹੀਂ ਹੁੰਦੀ ਸੀ ਕਿ ਮਾਹੌਲ ਇੱਦਾਂ ਦਾ ਕੀ ਤਿਆਰ ਹੋ ਗਿਆ ਕਿ ਅੱਜ ਉਹਨਾਂ ਨੂੰ ਹੀ ਸਾਰੀਆਂ ਪਾਰਟੀਆਂ ਛੱਡ ਕੇ ਜਾਣਾ ਪੈ ਗਈਆਂ ਤੇ ਇਹ ਇਕੱਲੇ ਰਹਿ ਗਏ ਹੈ। ਔਰ ਅੱਜ ਵੀ ਇਹਨਾਂ ਦੇ ਜਿਹੜੇ ਮਾਹੌਲ ਜੋ ਲੱਗ ਰਿਹਾ ਹੈਗਾ, ਹਾਲੇ ਵੀ ਬਿਆਨਬਾਜ਼ੀ ਇੱਦਾਂ ਦੀ ਚੱਲਦੀ ਹੈਗੀ ਕਿ ਇੱਥੇ ਏਕਤਾ ਘੱਟ ਨਜ਼ਰ ਆਉਂਦੀ ਹੈਗੀ ਆ। ਤਾਂ ਇਹ ਇਹਨਾਂ ਨੂੰ ਆਉਣ ਵਾਲਾ, ਜਦ ਦੇਖੋ ਹੁਣ ਇਲੈਕਸ਼ਨ ਵੀ ਆਉਣ ਵਾਲੇ ਹੈਗੇ, ਹੋਰ ਵੀ ਕਈ ਚੀਜ਼ਾਂ ਹੈਗੀਆਂ, ਤਾਂ ਇਹਨਾਂ ਨੇ ਕਈ ਗੱਲਾਂ ਹੁਣ ਜਿੱਦਾਂ ਚੱਕੀਆਂ। ਸਭ ਨਾਲ ਪਹਿਲਾਂ ਇਹਨਾਂ ਨੇ ਮਨਪ੍ਰੀਤ ਸਿੰਘ ਬਾਦਲ ਦੇ ਉੱਤੇ ਇੱਕ ਟਿੱਪਣੀ ਕੀਤੀ ਸੀ ਕਿ ਬਹੁਤ ਅਫਸਰਵਾਦੀ ਹੈਗੇ ਆ ਇਹ, ਆਪਣੇ ਜਦੋਂ ਮਤਲਬ ਹੁੰਦਾ ਉਸ ਪਾਰਟੀ ਨੂੰ ਜੁਆਇਨ ਕਰਦੇ ਆ ਤਾਂ ਉੱਧਰੋਂ ਦੀ ਦੂਜੀ ਪਾਰਟੀ ਚਲੇ ਜਾਂਦੇ ਹੈਗੇ। ਤਾਂ ਉਹਨਾਂ ਨੇ ਮਨਪ੍ਰੀਤ ਬਾਦਲ ਦੇ ਉੱਤੇ ਵੀ ਕਈ ਸਾਰੇ ਇਲਜ਼ਾਮ ਲਗਾਏ ਹੈਗੇ ਆ ਕਿ ਜਿੱਦਾਂ ਉਹ ਪਹਿਲਾਂ ਆਪਣੀ ਉਹਨਾਂ ਦੀ ਇੱਕ ਪਾਰਟੀ ਹੁੰਦੀ ਸੀ PPP ਵਾਲੀ, ਜਿਹੜੀ 2012 'ਚ ਸੀਗੀ, ਉਹ 'ਚ ਉਹਨਾਂ ਨੂੰ ਜਿਹੜੀ ਵੋਟ ਮਿਲੀ ਸੀ ਉਹ ਬਹੁਤ ਘੱਟ ਮਿਲੀ ਸੀ, 5%। ਤਾਂ ਉਸ ਲਈ ਰਾਹੁਲ ਤਾਂ ਪ੍ਰਿੰਕਾ ਗਾਂਧੀ ਨੂੰ ਇਹਨਾਂ ਨੇ ਮਿਲ ਕੇ ਫਿਰ ਆਪਣੀ ਪਾਰਟੀ 'ਚ ਜੁਆਇਨ ਕਰ ਲਿਆ ਸੀ। ਤਾਂ ਇਹਨਾਂ ਨੇ ਇੱਕ ਮੌਕਾ ਦਿੱਤਾ ਕਿ ਤੁਸੀਂ ਸਾਡੀ ਪਾਰਟੀ ਵਿੱਚ ਆ ਜਾਓ, ਅਸੀਂ ਤੁਹਾਨੂੰ ਦੇਵਾਂਗੇ। ਤਾਂ ਉਹਦੇ ਵਿੱਚ ਇਹਨਾਂ ਨੇ ਵਿੱਤ ਮੰਤਰੀ ਦਾ ਵੀ ਜਿਹੜਾ ਰੋਲ ਸੀ ਉਹਦੇ ਵਾਸਤੇ ਵੀ ਇਹਨਾਂ ਨੂੰ ਪੁਰਸਕ੍ਰਿਤ ਕੀਤਾ ਸੀ, ਸਨਮਾਨ ਮਿਲਿਆ ਸੀ। ਤਾਂ ਕਾਫੀ ਚੰਗਾ ਚੱਲ ਰਿਹਾ ਸੀ। ਔਰ ਉਹਦੇ ਬਾਅਦ ਦੇਖੋ ਜੀ, ਅੱਜ ਆਪਾਂ ਅੱਜ ਦਾ ਜੇ ਸਮਾਂ ਦੇਖੀਏ ਤਾਂ ਅੱਜ ਇਹ ਕਾਂਗਰਸ ਨੂੰ ਵੀ ਛੱਡ ਕੇ ਉਹ ਤੋਂ ਹੋਰ ਅੱਗੇ ਚਲੇ ਗਏ ਹੈਗੇ ਆ। ਪ੍ਰਤਾਪ ਸਿੰਘ ਬਾਜਵਾ ਦੇ ਕੋਲ ਐਕਚੁਅਲੀ ਪਤਾ ਕੀ ਹੈ ਕਿ ਜੋ ਸਰਕਾਰ ਇਸ ਵੇਲੇ ਮੌਜੂਦਾ ਸਰਕਾਰ ਹੈ ਪੰਜਾਬ ਦੇ ਵਿੱਚ, ਭਗਵੰਤ ਮਾਨ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਹੈ, ਇਹ ਬਹੁਤ ਵੱਡੇ ਬਹੁਮਤ ਤੋਂ ਜਿੱਤੇ ਨੇ।
92 ਸੀਟਾਂ ਤੋਂ ਜਿੱਤੇ ਨੇ। ਤੇ ਜੇ ਆਪੋਜੀਸ਼ਨ ਬਹੁਤ ਜ਼ਿਆਦਾ ਵੀ ਰੌਲਾ ਪਾ ਲਵੇ ਤਾਂ ਬਹੁਤਾ ਸਰਕਾਰ ਦਾ ਕੁਝ ਵਿਗਾੜ ਨਹੀਂ ਪਾਉਂਦੀ, ਨਾ ਹੀ ਵਿਗਾੜ ਸਕਦੀ ਹੈ। ਔਰ ਖਾਸ ਕਰਕੇ ਜਦੋਂ ਆਪੋਜੀਸ਼ਨ 'ਚ ਵੱਡੀ ਪਾਰਟੀ ਕਾਂਗਰਸ ਹੋਵੇ ਤਾਂ, ਕਿਉਂਕਿ ਕਾਂਗਰਸ ਦੇ ਵਿੱਚ ਲੀਡਰਸ਼ਿਪ ਦੀ ਬੜੀ ਕਮੀ ਹੈ। ਲੀਡਰਸ਼ਿਪ ਦੀ ਕਮੀ ਦਾ ਆਪਾਂ ਇਹ ਕਹਿ ਸਕਦੇ ਕਿ ਉਹਦੇ 'ਚ ਹਰ ਆਦਮੀ ਆਪਣੇ ਆਪ ਨੂੰ ਫਰੰਟ ਤੇ ਗਿਣਦਾ ਹੈ। ਦੇਖੋ ਜੀ, ਇੱਕ ਗੱਲ ਇਹ 'ਚ ਹੋਰ ਵੀ ਹੈਗੀ ਆ, ਜੋ ਆਪਾਂ ਵੀ ਦੇਖ ਰਹੇ ਹਾਂ ਜਾਂ ਸੁਣ ਰਹੇ ਜਾਂ ਸੋਚ ਰਹੇ ਹੈਗੇ ਆ, ਤਾਂ ਜਿਹੜੇ ਸਾਡੇ ਦਰਸ਼ਕ ਆ ਉਹ ਵੀ ਜੇ ਦੇਖ ਰਹੇ ਆ, ਤਾਂ ਮੈਂ ਆਪਣੇ ਦਰਸ਼ਕਾਂ ਨੂੰ ਵੀ ਇਹੀ ਕਹੂੰਗਾ, ਜੇ ਸਾਨੂੰ ਤੁਹਾਡਾ ਇਹ ਮੁੱਦਾ ਚੰਗਾ ਲੱਗਦਾ ਤਾਂ ਤੁਸੀਂ ਇਸ ਪ੍ਰੋਗਰਾਮ ਨੂੰ ਲਾਈਕ ਕਰੋ। ਜੇ ਤੁਹਾਨੂੰ ਕੋਈ ਕਮੀ ਪੇਸ਼ੀ ਜਾਂ ਤੁਹਾਨੂੰ ਲੱਗਦਾ ਹੈ ਕੁਝ ਸਵਾਲ ਪੁੱਛਣ ਵਾਲੇ ਹੈਗੇ ਆ, ਤੁਸੀਂ ਕਮੈਂਟ ਕਰਕੇ ਜ਼ਰੂਰ ਪਾ ਸਕਦੇ ਆ। ਉਹ ਅਸੀਂ ਆਪਣੇ ਅਗਲੇ ਮੁੱਦੇ ਜਦੋਂ ਵੀ ਹੋਣਗੇ ਉਹਦੇ ਉੱਤੇ ਵੀ ਚਰਚਾ ਕਰਾਂਗੇ। ਤਾਂ ਆਪਾਂ ਗੱਲ ਕਰ ਰਹੇ ਸੀ ਕਾਂਗਰਸ ਦੀ। ਤਾਂ ਦੇਖੋ, ਕਾਂਗਰਸ ਨੇ ਪਿਛਲੇ 10 ਸਾਲ ਰਾਜ ਕੀਤਾ, ਤਾਂ ਕੈਪਟਨ ਦੀ ਜਦੋਂ ਸਰਕਾਰ ਸੀ ਤਾਂ ਕੈਪਟਨ ਦੇ ਅੱਗੇ ਮੈਨੂੰ ਲੱਗਦਾ ਕਿਸੇ ਲੀਡਰ ਦੀ ਕੋਈ ਆਵਾਜ਼ ਵੀ ਨਿਕਲਦੀ ਸੀ, ਸਾਰੇ ਚੁੱਪਚਾਪ ਰਹਿੰਦੇ ਸੀ, ਇੱਕ ਬੰਦਾ ਹੀ ਬੋਲਦਾ ਹੁੰਦਾ ਸੀ, ਬਾਕੀ ਸਾਰੇ ਸੁਣਦੇ ਸੀ, ਜਾਂ ਉਸ ਲਈ ਕਿਸੇ ਦੀ ਹਿੰਮਤ ਨਹੀਂ ਸੀ। ਜਦੋਂ ਹੁਣ ਕੈਪਟਨ ਚਲੇ ਗਏ ਤਾਂ ਸਾਰੇ ਉੱਠ ਕੇ ਬੋਲਣਾ ਸ਼ੁਰੂ ਹੋਇਆ, ਤਾਂ ਜਿਨ੍ਹਾਂ ਤੋਂ ਨਹੀਂ ਬੋਲਿਆ ਗਿਆ ਉੱਠ ਕੇ ਦੂਜੀ ਪਾਰਟੀ ਚਲੇ ਗਏ ਹੈਗੇ ਆ। ਪ੍ਰਤਾਪ ਸਿੰਘ ਬਾਜਵਾ ਇੱਕ ਐਸੇ ਲੀਡਰ ਨੇ ਜਿਨ੍ਹਾਂ ਨੇ 3 ਮੁੱਖ ਮੰਤਰੀਆਂ ਨਾਲ ਕੰਮ ਕੀਤਾ। ਭੱਠਲ ਦੇ ਨਾਲ, ਰਜਿੰਦਰ ਕੌਰ ਭੱਠਲ ਮੈਡਮ, ਤੇ ਬੇਅੰਤ ਸਿੰਘ ਜੀ, ਤੇ ਕੈਪਟਨ ਅਮਰਿੰਦਰ ਸਿੰਘ। ਇਹਨਾਂ ਨਾਲ ਉਹਨਾਂ ਨੇ ਕੰਮ ਕੀਤਾ। ਜਿਹੜੀ ਮੇਨ ਲੀਡਰਸ਼ਿਪ, ਜਿਹੜੀ ਦਿੱਲੀ ਦੀ ਲੀਡਰਸ਼ਿਪ ਹੈਗੀ ਹੈ, ਪ੍ਰਿਯੰਕਾ ਗਾਂਧੀ, ਰਾਹੁਲ ਗਾਂਧੀ, ਇਹਨਾਂ ਦੇ ਨਾਲ, ਉਹਨਾਂ ਦੇ ਜਿਹੜੇ ਫਾਦਰ ਹੈਗੇ ਨੇ ਉਹਨਾਂ ਦੇ ਨਾਲ ਵੀ ਇਹਨਾਂ ਨੇ ਉਸ ਦੌਰਾਨ ਵੀ ਇਹਨਾਂ ਨੇ ਕੰਮ ਕੀਤਾ। ਔਰ ਬਹੁਤ ਵੱਡਾ ਜਿਹੜਾ ਨਾਮ ਹੈ ਪ੍ਰਤਾਪ ਸਿੰਘ ਬਾਜਵਾ ਦਾ, ਬਹੁਤ ਵੱਡਾ ਨਾਮ ਹੈ। ਔਰ ਇਹ ਜਦੋਂ ਕਾਂਗਰਸ ਦੇ ਵਿੱਚ ਮੁੱਖ ਮੰਤਰੀ ਦੀ ਸੀਟ ਨੂੰ ਲੈ ਕੇ ਰੌਲਾ ਪਿਆ ਸੀ, ਉਦੋਂ ਇਹ ਵੀ ਜ਼ਿਕਰ ਕੀਤਾ ਜਾ ਰਿਹਾ ਸੀਗਾ ਕਿ ਪ੍ਰਤਾਪ ਸਿੰਘ ਬਾਜਵਾ ਹੀ ਇਸ ਦੇ ਸਭ ਤੋਂ ਵੱਡੇ ਦਾਅਵੇਦਾਰ ਨੇ। ਔਰ ਇਹ ਲੱਗਣ ਵੀ ਲੱਗ ਪਿਆ ਸੀਗਾ ਲੋਕਾਂ ਨੂੰ ਕਿ ਜੇਕਰ ਹੁਣ ਕੈਪਟਨ ਅਮਰਿੰਦਰ ਸਿੰਘ ਨੂੰ ਇੱਕਦਮ ਹਟਾਇਆ ਗਿਆ ਤੇ ਪ੍ਰਤਾਪ ਸਿੰਘ ਬਾਜਵਾ ਨੂੰ ਹੀ ਮੁੱਖ ਮੰਤਰੀ ਬਣਾਇਆ ਜਾਏਗਾ, ਲੇਕਿਨ ਅਜਿਹਾ ਹੋਇਆ ਨਹੀਂ। ਇਹ ਉਸਲੇ ਮਾਹੌਲ ਦੇਖੋ, ਜਦੋਂ ਕੈਪਟਨ ਅਮਰਿੰਦਰ ਸਿੰਘ ਨੂੰ ਕੁਰਸੀ ਤੋਂ ਹਟਾਇਆ ਗਿਆ, ਉਸਲੇ ਮਾਹੌਲ ਇੰਨਾ ਗਰਮਾ ਗਰਮੀ ਹੋ ਗਿਆ ਸੀ ਕਿ ਹਰ ਬੰਦੇ ਨੂੰ ਲੱਗ ਰਿਹਾ ਸੀ ਸ਼ਾਇਦ ਮੈਂ ਹੀ ਸੀਐਮ ਬਣੂੰਗਾ। ਤਾਂ ਜਿੰਨੇ ਵੀ ਵੱਡੇ ਪੁਰਾਣੇ ਲੀਡਰ ਸੀ, ਹਰੇਕ ਨੇ ਇੱਕ ਓਪਰਚੁਨਿਟੀ ਦੇਖੀ ਕਿ ਹੁਣ ਸਾਨੂੰ ਇਹ ਮੌਕਾ ਹੈਗਾ। ਔਰ ਉਹ ਇਦਾਂ ਦੇ ਮੌਕੇ 'ਚ ਦੇਖੋ, ਜਿੰਨੇ ਵੱਡੇ ਵੱਡੇ ਚਰਚੇ ਸੀ, ਨਾਮ ਸੀ, ਜਿਨ੍ਹਾਂ ਨੂੰ ਸਪੋਰਟ ਵੀ ਸੀ, ਉਹਨਾਂ ਵਿੱਚ ਸੁਨੀਲ ਜਾਖੜ ਦਾ ਵੀ ਨਾਮ ਆਉਂਦਾ ਹੈਗਾ। ਤਾਂ ਉਸਲੇ ਉਹ, ਜੇ ਆਪਾਂ ਉਸ ਪੁਰਾਣੀ ਵੀ ਚਰਚਾ ਕਰੀਏ ਤਾਂ ਸੁਨੀਲ ਜਾਖੜ ਦੇ ਕੋਲ ਉਸਲੇ 40 ਸੀਟਾਂ ਦੀ ਸਪੋਰਟ ਸੀਗੀ। ਤਾਂ ਬਾਕੀ ਜਿਹੜੇ ਹੋਰ ਵੀ ਨੇਤਾ ਹੈਗੇ ਉਹਨਾਂ ਦੇ ਕੋਲ 6-8, ਸਿੱਧੂ ਦੇ ਕੋਲ ਵੀ 6 ਸਪੋਰਟਾਂ ਸੀ। ਬਟ ਇਹ ਸਾਰੇ ਦੇ ਵਿੱਚੋਂ ਦੀ ਇੱਕ ਗੁਗਲੀ ਨਿਕਲ ਕੇ ਆਈ, ਚਰਨਜੀਤ ਸਿੰਘ ਚੰਨੀ। ਨਹੀਂ, ਉਹਦੇ 'ਚ ਥੋੜ੍ਹਾ ਜਿਹਾ ਫਰਕ ਹੈਗਾ। ਪ੍ਰਤਾਪ ਸਿੰਘ ਬਾਜਵਾ ਉਸ ਵੇਲੇ ਐਮਐਲਏ ਸੀਗੇ, ਸੁਨੀਲ ਜਾਖੜ ਐਮਐਲਏ ਨਹੀਂ ਸੀਗੇ। ਲੇਕਿਨ ਇਹ ਜ਼ਰੂਰ ਹੈ ਕਿ ਚਲੋ, ਜਦੋਂ ਵੀ ਕਿਸੇ ਨੂੰ ਸੀਐਮ ਬਣਾਉਣਾ ਹੋਵੇ ਤਾਂ ਉਹਦੇ ਲਈ ਸਪੋਰਟ ਬਹੁਤ ਜ਼ਰੂਰੀ ਹੈ ਉਹਦੇ ਸਾਥੀਆਂ ਦੀ। ਔਰ ਕਾਂਗਰਸ ਦੇ ਵਿੱਚ, ਕਾਂਗਰਸ ਵੀ ਉਸ ਵੇਲੇ ਅੱਛੀ, ਮਤਲਬ ਜਿਹੜੀ ਵੱਡੀ ਕਾਫੀ ਬਹੁਮਤ ਦੇ ਨਾਲ ਜਿੱਤੀ ਹੋਈ ਸੀ। ਔਰ ਕਾਂਗਰਸ ਦੀ ਸਰਕਾਰ ਵੀ ਇਸੇ ਕਰਕੇ ਆਪਣਾ ਪੂਰਾ ਸਮਾਂ ਕੱਢ ਕੇ ਗਈ, ਕਿਉਂਕਿ ਉਹ ਵੀ ਬਹੁਤ ਬਹੁਮਤ ਨਾਲ ਜਿੱਤੀ ਸੀਗੀ। ਲੇਕਿਨ ਪ੍ਰਤਾਪ ਸਿੰਘ ਬਾਜਵਾ ਹੁਣ ਵਿਰੋਧੀ ਧਿਰ ਦੇ ਲੀਡਰ ਨੇ। ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ, ਵਿਧਾਨ ਸਭਾ ਦੇ ਸਾਹਮਣੇ, ਵਿਧਾਨ ਸਭਾ ਦੇ ਵਿੱਚ ਉਹ ਵਿਰੋਧੀ ਧਿਰ ਦੀ ਭੂਮਿਕਾ ਅਦਾ ਕਰ ਰਹੇ ਨੇ। ਉਹਨਾਂ ਨੂੰ ਮੈਨੂੰ ਲੱਗਦਾ ਹੈ ਕਿ ਪ੍ਰਤਾਪ ਸਿੰਘ ਬਾਜਵਾ, ਕਿਉਂਕਿ ਪ੍ਰਤਾਪ ਸਿੰਘ ਬਾਜਵਾ ਨੇ ਜਿਸ ਤਰ੍ਹਾਂ ਜਦੋਂ ਮਨਪ੍ਰੀਤ ਸਿੰਘ ਬਾਦਲ ਸ਼ਾਮਲ ਹੋਏ ਹੈ ਬੀਜੇਪੀ ਦੇ ਵਿੱਚ, ਉਹਨਾਂ ਨੇ ਬੜੀ ਬਿਆਨਬਾਜ਼ੀ ਕੀਤੀ ਕਿ ਮਨਪ੍ਰੀਤ ਸਿੰਘ ਬਾਦਲ ਨੂੰ 2012 ਦੇ ਵਿੱਚ ਕਦੀ, ਜਦੋਂ ਉਹਨਾਂ ਨੇ ਆਪਣੀ PPP ਪਾਰਟੀ ਵਧਾਈ ਸੀ, ਪੰਜਾਬ ਪੀਪਲ ਪਾਰਟੀ, ਅਤੇ ਉਹਨੂੰ ਜਿਹੜੀਆਂ ਜਿੱਦਾਂ ਤੁਸੀਂ ਇਹ ਦੱਸਿਆ ਕਿ ਜਦੋਂ ਇਲੈਕਸ਼ਨ ਹੋਏ ਹੈ, ਇਲੈਕਸ਼ਨ 'ਚ ਉਹਨਾਂ ਨੂੰ 5% ਵੋਟਾਂ ਵੀ ਨਹੀਂ ਮਿਲੀਆਂ। ਅਤੇ ਇਸ ਦੇ ਬਾਅਦ ਬੜੀ ਮਾਯੂਸੀ ਜਿਹੜੀ ਹੈਗੀ ਹੈ, ਉਹ ਮਾਯੂਸੀ ਦੂਰ ਕਰਨ ਦੇ ਵਿੱਚ ਜਿਹੜੀ ਕਾਂਗਰਸ ਦੀ ਸ਼ੀਰਸ਼ ਲੀਡਰਸ਼ਿਪ ਹੈ, ਜਿਹੜੀ ਉੱਪਰਲੀ ਲੀਡਰਸ਼ਿਪ ਹੈਗੀ ਆ, ਉਹਨਾਂ ਨੇ ਮਨਪ੍ਰੀਤ ਸਿੰਘ ਬਾਦਲ ਦਾ ਮਾਣ ਵਧਾਇਆ, ਬਕਾਇਦਾ ਉਹਦੀ ਪਾਰਟੀ ਨੂੰ ਕਾਂਗਰਸ ਦੇ ਵਿੱਚ ਮਰਜ ਕਰਾਇਆ। ਔਰ ਉਹਨਾਂ ਨੂੰ ਜਦੋਂ ਉਹਨਾਂ ਦੀ ਸਰਕਾਰ ਬਣੀ ਆ, ਜਿਹੜੀ ਪਿਛਲੀ ਸਰਕਾਰ ਗਈ ਹੈ, ਉਹਦੇ 'ਚ ਵਿੱਤ ਮੰਤਰੀ ਦਾ ਅਹੁਦਾ ਦਿੱਤਾ, ਯਾਨੀ ਇੱਕ ਮਾਨ ਸਤਿਕਾਰ ਦਿੱਤਾ। ਇਸ ਦੇ ਬਾਵਜੂਦ ਮਤਲਬ ਮਨਪ੍ਰੀਤ ਸਿੰਘ ਬਾਦਲ ਨੇ ਪਾਰਟੀ ਦੀ ਪਿੱਠ ਦੇ ਵਿੱਚ ਛੁਰਾ ਘੋਪਿਆ ਵਾ। ਦੇਖੋ ਜੀ, ਇਸ ਲਈ ਜੇ ਆਪਾਂ ਗੱਲ ਕਰੀਏ ਤਾਂ ਮਨਪ੍ਰੀਤ ਸਿੰਘ ਬਾਦਲ ਦੇ 'ਤੇ ਹੋਰ ਵੀ ਬੜੇ ਇਲਜ਼ਾਮ ਲੱਗੇ ਆ ਕਿ ਉਹ ਰਾਜਨੇਤਾ ਬਹੁਤ, ਆਪਣੇ ਹੀ ਪਰਿਵਾਰ ਨੂੰ ਪਹਿਲਾਂ ਉਹਨਾਂ ਨੇ ਧੋਖਾ ਦਿੱਤਾ ਹੈਗਾ। ਸ਼੍ਰੋਮਣੀ ਅਕਾਲੀ ਦਲ ਦੇ ਨਾਲ ਸੀਗੇ, ਤਾਂ ਉਹਨਾਂ ਨੇ ਸੁਖਬੀਰ ਸਿੰਘ ਬਾਦਲ, ਜਿਹੜੀ ਉਹਨਾਂ ਦੀ ਪਾਰਟੀ ਸੀ SAD, ਤਾਂ ਉਹਨਾਂ ਨੂੰ ਲੱਗਦਾ ਸੀ ਕਿ ਸ਼ਾਇਦ ਉਹਨਾਂ ਨੂੰ ਉੱਥੇ ਮੁੱਖ ਮੰਤਰੀ ਬਣਨ ਦਾ ਕੋਈ ਚਾਂਸ ਨਹੀਂ ਹੈਗਾ। ਇਸ ਕਰਕੇ ਉਹਨਾਂ ਨੇ ਆਪਣੀ ਅਕਾਲੀ ਦਲ ਦੀ ਪਾਰਟੀ ਛੱਡ ਕੇ ਆਪਣੀ ਪਾਰਟੀ ਸ਼ੁਰੂ ਕੀਤੀ। ਆਪਣੀ ਪਾਰਟੀ 'ਚ ਵੀ ਉਹਨਾਂ ਨੂੰ ਉਮੀਦਵਾਰ ਨਜ਼ਰ ਨਹੀਂ ਆਈ। ਉੱਧਰ ਦੀ ਘੁੰਮ ਫਿਰ ਕੇ ਜੀ ਕਾਂਗਰਸ ਵਿੱਚ ਆ ਗਏ। ਕਾਂਗਰਸ ਵਿੱਚ ਵੀ ਜਦੋਂ ਇੱਕ ਮੌਕਾ ਜਦੋਂ ਨਜ਼ਰ ਆਇਆ ਕਿ ਕੋਈ ਵੀ CM ਬਣ ਸਕਦਾ ਹੈ, ਉਸ ਲਈ ਵੀ ਉਹਨਾਂ ਦਾ ਨਾਮ ਉੱਠ ਕੇ ਨਹੀਂ ਆਇਆ।
ਦੇਖੋ ਉਸ ਲਈ ਉਹਨਾਂ ਨੂੰ ਵੀ ਜਿੱਦਾਂ ਹੋਰ ਪਾਰਟੀ ਵਿੱਚ ਬਾਕੀ ਵਰਕਰ ਸੀ ਉਹਨਾਂ ਨੂੰ ਵੀ ਲੱਗਿਆ ਸੀ ਕਿ ਸ਼ਾਇਦ ਸਾਨੂੰ ਪੀਐਮ ਬਣਾਉਣਗੇ, ਤਾਂ ਮਨਪ੍ਰੀਤ ਸਿੰਘ ਬਾਦਲ ਦੇ ਵੀ ਇੱਕ ਮਨ 'ਚ ਸੀਗਾ ਕਿ ਸ਼ਾਇਦ ਮੈਨੂੰ ਇੱਕ ਮੌਕਾ ਮਿਲ ਸਕਦਾ ਹੈਗਾ ਕਿ ਮੇਰਾ ਨਾਮ ਵੀ ਸ਼ਾਇਦ ਰეკਮੈਂਡ ਹੋਊਗਾ। ਬਟ ਤੁਸੀਂ ਦੇਖੋ ਇੰਨੇ ਧੁਰੰਦਰ ਬੈਠੇ ਸੀ, ਸਾਰੇ ਹਟ ਕੇ ਇੱਕ ਨया ਹੀ ਤਾਸ਼ ਦਾ ਪੱਤਾ ਰਾਹੁਲ ਗਾਂਧੀ ਨੇ ਖੇਲ ਕੇ ਉਸ ਲਈ ਚੰਨੀ ਨੂੰ ਆਪਣਾ ਸੀਐਮ ਬਣਾਤਾ ਹੈਗਾ। ਤਾਂ ਉਹ ਇਹ ਸਾਰੇ ਵਾਸਤੇ ਇੱਕ ਸ਼ੌਕਿੰਗ ਸੀਗਾ। ਮੈਨੂੰ ਲੱਗਦਾ ਉਹਦੇ ਬਾਅਦ ਨਾ ਜਿਹੜੀ ਪਾਰਟੀ ਹੈਗੀ ਉਹ ਪੂਰੀ ਤਰ੍ਹਾਂ ਸੇ ਹਿਲ ਗਈ, ਕਿਉਂਕਿ ਲੋਕਾਂ ਨੇ ਇਹੀ ਦੇਖਿਆ ਜਿੰਨੇ ਵੀ ਮੈਂਬਰ ਸੀਗੇ ਕਿ ਅਸੀਂ ਇੰਨਾ ਟਾਈਮ ਇੰਨਾ ਸਮਾਂ ਦਿੱਤਾ ਹੈਗਾ ਪਾਰਟੀ ਵਾਸਤੇ, ਇੰਨਾ ਕੁਝ ਕੀਤਾ, ਤਾਂ ਪਾਰਟੀ ਜਦੋਂ ਸੀਐਮ ਬਣਨ ਦੀ ਗੱਲ ਆਉਂਦੀ ਹੈ ਤਾਂ ਸਾਡੇ ਵਰਗਿਆਂ ਨੂੰ ਕੋਈ ਤਰਜੀਹ ਨਹੀਂ ਦਿੱਤੀ ਜਾਂਦੀ, ਨਾ ਸਲਾਹ ਕੀਤੀ ਜਾਂਦੀ ਹੈ, ਨਾ ਮਸ਼ਵਰਾ ਕੀਤਾ ਜਾਂਦਾ ਕਿ ਸਾਨੂੰ ਵੀ ਇੱਕ ਮੌਕਾ ਮਿਲਣਾ ਚਾਹੀਦਾ। ਉਹ ਚੱਕ ਕੇ ਹੋਰ ਹੀ ਇੱਦਾਂ ਦੇ ਬੰਦੇ ਨੂੰ ਖੜਾ ਕਰ ਦਿੰਦੀ ਹੈ ਜਿਹਦਾ ਨਾ ਕਿਸੇ ਨੇ ਸੁਣਿਆ ਨਹੀਂ ਸੀ, ਨਾ ਕੁਝ ਪਤਾ ਸੀਗਾ, ਉਹ ਸੀਐਮ ਬਣ ਜਾਂਦਾ। ਤਾਂ ਉਹ ਫਿਰ ਇਹਨਾਂ ਨੂੰ ਲੱਗਿਆ ਕਿ ਸਾਡੇ ਨਾਲ ਇੱਕ ਧੋਖਾ ਹੋਇਆ। ਤੇ ਕਈ ਗੱਲਾਂ ਇਹਨਾਂ ਦੇ ਕਾਂਗਰਸ ਵਿੱਚ ਆਪਸ ਵਿੱਚ ਹੀ ਚੱਲਦੀ ਰਹੀਆਂ ਹੈਗੀਆਂ। ਤਾਂ ਉਹਦੇ ਵਿੱਚ ਜੋ ਮਨਪ੍ਰੀਤ ਸਿੰਘ ਬਾਦਲ ਹੈਗਾ ਉਹਨਾਂ ਤੇ ਵੀ ਇਹਨਾਂ ਨੂੰ ਇੰਨਾ ਜ਼ਿਆਦਾ ਟਰਸਟ ਨਹੀਂ ਸੀਗਾ ਕਿ ਉਹ ਪਹਿਲਾਂ ਵੀ ਪਾਰਟੀ ਬਦਲ ਕੇ ਆਏ ਸੀਗੇ, ਤਾਂ ਜੇ ਹੁਣ ਵੀ ਇੱਥੋਂ ਦੀ ਪਾਰਟੀ ਬਦਲ ਕੇ ਅੱਗੇ ਚਲੇ ਗਏ ਤਾਂ ਕੋਈ ਸਰਪ੍ਰਾਈਜ਼ ਵਾਲੀ ਗੱਲ ਨਹੀਂ ਸੀ, ਕਿਉਂਕਿ ਉਹ ਪਹਿਲਾਂ ਹੀ ਆਲਰੇਡੀ ਇੱਕ ਦੋ ਵਾਰ ਇਦਾਂ ਹੀ ਕਰ ਚੁੱਕੇ ਸੀਗੇ। ਕੋ ਪ੍ਰਤਾਪ ਸਿੰਘ ਬਾਜਵਾ ਔਰ ਕੈਪਟਨ ਅਮਰਿੰਦਰ ਸਿੰਘ ਇਹ ਤਕਰੀਬਨ ਇੱਕੋ ਜੀ ਭਾਸ਼ਾ ਬੋਲਦੇ ਆ, ਕਿਉਂਕਿ ਕੈਪਟਨ ਅਮਰਿੰਦਰ ਸਿੰਘ ਵੀ ਇਹੀ ਕਹਿੰਦੇ ਸੀਗੇ, ਜਿੱਦਾਂ ਹੁਣ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ ਜਦੋਂ ਗੱਲ ਹੁੰਦੀ ਸੀਗੀ ਕਿ ਇਸ ਨੂੰ ਜਿਹੜਾ ਹੈਗਾ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਤਾ ਜਾਵੇ, ਤਾਂ ਕੈਪਟਨ ਅਮਰਿੰਦਰ ਸਿੰਘ ਇਹਦੇ ਬਿਲਕੁਲ ਖਿਲਾਫ ਸੀਗੇ ਕਿ ਜਿਹੜਾ ਕੱਲ ਦਾ ਬੰਦਾ ਪਾਰਟੀ ਦੇ ਵਿੱਚ ਸ਼ਾਮਲ ਹੋਇਆ, ਕਿਸੇ ਹੋਰ ਪਾਰਟੀ 'ਚ ਆ ਕੇ ਪਾਰਟੀ ਦੇ ਵਿੱਚ ਸ਼ਾਮਲ ਆਇਆ, ਤੁਸੀਂ ਉਸ ਨੂੰ ਉਸ ਪਾਰਟੀ ਦਾ ਸਟੇਟ ਪ੍ਰੈਜ਼ੀਡੈਂਟ ਲਾ ਰਹੇ ਹੋ, ਜਿਹੜਾ ਬੰਦਾ ਕੱਲ ਤੱਕ ਜਾਂ ਕੁਝ ਸਾਲਾਂ ਤੱਕ 4 ਸਾਲਾਂ ਤੱਕ ਜਿਹੜਾ ਉਸ ਪਾਰਟੀ ਦਾ ਮੈਂਬਰ ਵੀ ਨਹੀਂ ਸੀਗਾ, ਉਸ ਨੂੰ ਤੁਸੀਂ ਪ੍ਰੈਜ਼ੀਡੈਂਟ ਬਣਾਉਣ ਜਾ ਰਹੇ ਹੋ। ਇਸੇ ਤਰ੍ਹਾਂ ਪ੍ਰਤਾਪ ਸਿੰਘ ਬਾਜਵਾ ਵੀ ਕਹਿੰਦੇ ਹੁੰਦੇ ਆ ਕਿ ਜਿਹੜਾ ਪਾਰਟੀ ਦਾ ਵਫਾਦਾਰ ਨਹੀਂ ਹੈਗਾ ਉਹਨੂੰ ਤੁਸੀਂ ਆ ਦੇਖਿਆ ਹੋਣਾ ਕਿ ਪ੍ਰਤਾਪ ਸਿੰਘ ਬਾਜਵਾ ਹੁਣ ਰੀਸੈਂਟ ਜਿਹੜਾ ਉਹਨਾਂ ਨੇ ਬਿਆਨ ਦਿੱਤਾ ਭਗਵੰਤ ਮਾਨ ਸਰਕਾਰ ਨੂੰ ਲੈ ਕੇ ਕਈ ਤਰ੍ਹਾਂ ਦੇ ਉਹਨਾਂ ਨੇ ਇਲਜ਼ਾਮ ਲਾਏ, ਲੇਕਿਨ ਉਸ ਤੋਂ ਬਾਅਦ ਜਿਹੜੇ ਆਮ ਆਦਮੀ ਪਾਰਟੀ ਦੇ ਪ੍ਰਵਕਤਾ ਹੈਗੇ ਆ ਕੰਗ ਜਿਹੜੇ, ਉਹਨਾਂ ਨੇ ਵੀ ਅੱਗੋਂ ਬੜੇ ਠੋਕਵੇਂ ਜਵਾਬ ਦਿੱਤੇ ਹੈ, ਕਿਉਂਕਿ 2 ਦਿਨ ਪਹਿਲਾਂ ਹੀ ਹਜੇ ਭਗਵੰਤ ਮਾਨ ਗਰਮਾ ਗਰਮੀ ਇਹਨਾਂ ਦੀ ਚੱਲਦੀ ਰਹੀ ਹੈ, ਕਾਫੀ ਗਰਮਾ ਗਰਮੀ, ਕਿਉਂਕਿ ਇਹ ਇੱਕ ਆਮ ਆਦਮੀ ਪਾਰਟੀ, ਮੈਂ ਇਹ ਮੰਨਦਾ ਕਿ ਆਮ ਆਦਮੀ ਪਾਰਟੀ ਦੀ ਜਿਹੜੀ ਸਰਕਾਰ ਹੈਗੀ ਹੈ ਇਹ ਹਜੇ ਬਹੁਤ ਘੱਟ ਸਮਾਂ ਹੋਇਆ ਬਣੇ ਨੂੰ, ਲੇਕਿਨ ਇਹ ਲੋਕ ਜਿਹੜੇ ਹੈਗੇ ਆ ਕਾਂਗਰਸ ਪਾਰਟੀ ਹੋ ਗਈ ਜਾਂ ਅਕਾਲੀ ਦਲ ਹੋ ਗਿਆ, ਇਹਨਾਂ ਨੇ ਬਹੁਤ ਸਾਲ ਰਾਜ ਕੀਤਾ, ਇਹਨਾਂ ਨੂੰ ਕਾਫੀ ਤਜਰਬਾ ਹੈ ਔਰ ਬਹੁਤ ਸਾਰੀਆਂ ਗੱਲਾਂ ਇੱਦਾਂ ਦੀਆਂ ਹੈਗੀਆਂ ਜਿਹੜੀ ਇਹ ਦਾ ਪੇਚ 'ਚ ਲੈ ਕੇ, ਲੇਕਿਨ ਉਸ ਤੋਂ ਬਾਅਦ ਜਿਹੜਾ ਆਮ ਆਦਮੀ ਪਾਰਟੀ ਦੇ ਪ੍ਰਵਕਤਾ ਹੈਗੇ ਜਿਹੜੇ ਉਹ ਮਾਲਵਿੰਦਰ ਸਿੰਘ ਕੰਗ, ਇਹ ਸਟੱਡੀ ਕਰਕੇ ਆ ਕੇ ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਦੇ ਔਰ ਉਹਨਾਂ ਦੀ ਹਰ ਚੀਜ਼ ਦਾ ਜਿਹੜਾ ਜਵਾਬ, ਜਿੱਦਾਂ ਹੁਣ ਮੈਂ ਤੁਹਾਨੂੰ ਦੱਸਿਆ ਜਿਹੜੇ ਇਹ ਟੋਲ ਬੰਦ ਹੋਏ ਆ, ਜਿਹੜੇ ਟੋਲ ਬੰਦ ਹੋਏ ਆ, ਅਤੇ ਉਹਦੇ 'ਚ ਤੁਸੀਂ ਦੇਖੋ ਕਿੰਨੀ ਇੱਕ ਲੌਜਿਕ ਦੀ ਗੱਲ ਹੈਗੀ ਹੈ ਕਿ ਉਹਨਾਂ ਨੇ ਕੰਗ ਨੇ ਦੱਸਿਆ ਕਿ ਇਹ ਜਿਹੜੀ ਟੋਲ ਦੀ ਸੜਕ ਹੈਗੀ ਹੈ ਸਿੱਧੀ ਪ੍ਰਤਾਪ ਸਿੰਘ ਬਾਜਵਾ ਦੇ ਘਰ ਨੂੰ ਜਾਂਦੀ ਚੰਡੀਗੜ੍ਹ ਤੋਂ। ਇਹ ਦੇਖੋ ਕਈ ਲੋਕਾਂ ਨੂੰ ਹਾਲੇ ਤੱਕ ਪਤਾ ਨਹੀਂ ਸੀ, ਬਟ ਇਹਨਾਂ ਨੇ ਕਈ ਇਨਫੋਰਮੇਸ਼ਨ ਇਦਾਂ ਦੀ ਕੱਢੀ ਹੈਗੀ ਆ ਕਿ ਇਸ ਜਿਹੜੀ ਟੋਲ ਪਲਾਜ਼ੇ ਦੀ ਜਿਹੜੀ ਸੜਕ ਹੈ ਤੇ 300 ਕਰੋੜ ਦਾ ਇੱਕ ਬਜਟ ਸੀਗਾ ਜੀ, ਉਹਦੇ ਵਿੱਚ ਇਹਨਾਂ ਨੇ 125 ਕਰੋੜ ਦਾ ਜਿਹੜਾ ਬਜਟ ਸੀਗਾ ਉਹਦੇ ਵਿੱਚ ਇਹਨਾਂ ਦੀ ਜਿਹੜੀ ਪ੍ਰਤਾਪ ਸਿੰਘ ਬਾਜਵਾ ਉਹ 'ਚ 50 ਕਰੋੜ ਦਾ ਇਹਨਾਂ ਨੂੰ ਇੱਕ ਉਹ ਦਿੰਦੇ ਸੀ, ਜਿਹੜੀ ਆਪਾਂ ਕੀ ਕਹਿੰਦੇ ਛੂਟ ਮਿਲਦੀ ਸੀ, ਇਨਸੈਂਟਿਵ ਜਾਂ ਕੁਝ ਵੀ ਕਹਿ ਲਈਏ, ਤਾਂ ਉਹ ਚੱਲਦਾ ਪਿਆ ਸੀ। ਔਰ ਟੋਲ ਪਲਾਜ਼ਾ ਦੱਸ ਰਹੇ ਕਿ ਉਹ ਕਈ ਚਿਰ ਪਹਿਲਾਂ ਹੀ ਖਤਮ ਹੋ ਚੁੱਕਿਆ ਸੀ, ਬਟ ਉਹਨੂੰ ਬੰਦ ਹੀ ਨਹੀਂ ਕੀਤਾ ਗਿਆ, ਤਾਂ ਲੋਕਾਂ ਤੋਂ ਹਾਲੇ ਵੀ ਪੈਸੇ ਵਸੂਲੇ ਜਾ ਰਹੇ ਸੀ। ਤਾਂ ਮਾਨ ਸਰਕਾਰ ਨੇ ਉਹ ਇਦਾਂ ਦਾ ਡਿਸੀਜਨ ਲਿਆ ਕਿ ਜਿਹੜੇ ਟੋਲ ਪਲਾਜ਼ੇ ਜਿਹੜੇ ਆਪਣੀ ਮਿਆਦ ਪੂਰੀ ਕਰ ਚੁੱਕੇ ਆ, ਜਿਨ੍ਹਾਂ ਨੂੰ ਪੈਸਾ ਜਿੰਨਾ ਲੱਗਣਾ ਸੀ ਉਹ ਲੱਗ ਚੁੱਕਿਆ, ਉਹ ਉਹਨਾਂ ਨੇ ਬੰਦ ਕੀਤੇ ਹੈਗੇ ਆ। ਇਹ ਇੱਕ ਬਹੁਤ ਵਧੀਆ ਫੈਸਲਾ ਹੈਗਾ, ਲੋਕਾਂ ਦਾ ਫਾਇਦਾ। ਦੇਖੋ ਲੋਕੀ ਜਿਹੜੇ ਰੋਜ਼ ਇੰਨਾ ਪੈਸਾ ਦੇ ਕੇ ਜਾ ਰਹੇ, ਜੇ ਉਹ ਟੋਲ ਪਲਾਜ਼ੇ ਦੀ ਮਿਆਦ ਖਤਮ ਹੋ ਚੁੱਕੀ ਫਿਰ ਕਿਉਂ ਪੈਸੇ ਭਰ ਰਹੇ ਜਾ ਰਹੇ ਆ। ਲੇਕਿਨ ਜਦੋਂ ਜਿੱਦਾਂ ਭਗਵੰਤ ਮਾਨ ਸਰਕਾਰ ਨੇ ਜਿਹੜਾ ਵੀ ਫੈਸਲਾ ਲੈਂਦੀ ਹੈ, ਨਾਲ ਹੀ ਉਸ ਤੋਂ ਬਾਅਦ ਹੀ ਪ੍ਰਤਾਪ ਸਿੰਘ ਬਾਜਵਾ ਦਾ ਕੋਈ ਨਾ ਕੋਈ ਬਿਆਨ ਆ ਜਾਂਦਾ ਔਰ ਪ੍ਰਤਾਪ ਸਿੰਘ ਬਾਜਵਾ ਦੇ ਬਿਆਨ ਤੋਂ ਬਾਅਦ ਆਮ ਆਦਮੀ ਪਾਰਟੀ ਨੂੰ ਉਸ ਬਿਆਨ ਦਾ ਜਿਹੜਾ ਜਵਾਬ ਉਹ ਦੇਣਾ ਪੈਂਦਾ, ਚਾਹੇ ਪ੍ਰੈਸ ਕਾਨਫਰੰਸ, ਚਾਹੇ ਸੀਐਮ ਆਪ ਦੇਣ ਜਾਂ ਮਾਲਵਿੰਦਰ ਸਿੰਘ ਕੰਗ ਦੇਣ। ਅਤੇ ਉਹ ਹੁਣ ਵੀ ਜਦੋਂ ਜਾਖੜ ਸ਼ਾਮਲ ਹੋਏ ਸੀ ਉਦੋਂ ਵੀ ਪ੍ਰਤਾਪ ਸਿੰਘ ਬਾਜਵਾ ਨੇ ਇਹ ਗੱਲ ਕਹੀ ਸੀਗੀ ਕਿ ਜਾਖੜ ਦਾ ਤਾਂ ਸ਼ੁਰੂ ਤੋਂ ਹੀ ਟੋਨ ਜਿਹੜੀ ਹੈਗੀ ਆ ਉਹ ਬੀਜੇਪੀ ਦੇ ਫੇਵਰ 'ਚ ਸੀਗੀ। ਇਹਦੇ ਨਾਲ ਇੱਕ ਗੱਲ ਹੋਰ ਵੀ ਹੈਗੀ ਆ, ਪ੍ਰਤਾਪ ਸਿੰਘ ਬਾਜਵਾ ਇਹ ਵੀ ਕਹਿੰਦੇ ਰਹੇ ਆ ਕਿ ਮਨਪ੍ਰੀਤ ਸਿੰਘ ਬਾਦਲ ਜਦੋਂ ਸਾਡੀ ਕਾਂਗਰਸ ਵਿੱਚ ਆਏ ਹੈਗੇ ਆ, ਉਹਨਾਂ ਨੇ ਕਦੀ ਵੀ ਸੁਖਵੀਰ ਬਾਦਲ ਜਾਂ ਬਾਦਲ ਪਰਿਵਾਰ ਦੇ ਖਿਲਾਫ ਕਦੀ ਕੋਈ ਸ਼ਬਦ ਹੀ ਨਹੀਂ ਬੋਲੇ। ਤਾਂ ਕਹਿੰਦੇ ਇਹ ਵੀ ਇੱਕ ਸੋਚਣ ਵਾਲੀ ਗੱਲ ਹੈ ਕਿ ਜੇ ਬੰਦਾ ਤੁਸੀਂ ਕਿਸੇ ਪਾਰਟੀ ਦੇ ਅਗੇਂਸਟ ਆ ਗਏ ਆ ਤਾਂ ਬੰਦਾ ਕਦੀ ਨਾ ਕਦੀ ਤਾਂ ਉਹਦੇ ਖਿਲਾਫ ਕੋਈ ਗੱਲ ਕਰਦਾ ਹੈ, ਤਾਂ ਇਹਨਾਂ ਨੇ ਇਦਾਂ ਦੀ ਕੋਈ ਗੱਲ ਨਹੀਂ ਕੀਤੀ। ਤਾਂ ਦੂਸਰੀ ਗੱਲ ਉਹਨਾਂ ਨੇ ਇਹ ਵੀ ਕਹੀ ਹੈ ਕਿ ਮਨਪ੍ਰੀਤ ਇੰਨਾ ਸਮਾਰਟ ਸੀ ਜਾਂ ਤੁਸੀਂ ਕਹਿ ਲਓ ਕਿ ਤੇਜ਼ ਸੀ ਕਿ ਉਹਨਾਂ ਨੇ ਕਦੀ ਵੀ ਭਾਜਪਾ ਦਾ RSS ਦਾ ਵੀ
ਤਾਂ ਉਹਨਾਂ ਦੀ ਵਿਚਾਰਧਾਰਾ ਦੇ ਉੱਤੇ ਵੀ ਕੋਈ ਇਦਾਂ ਦੀ ਟਿੱਪਣੀ ਨਹੀਂ ਕੀਤੀ ਕਿ ਜਿਹੜੀ ਅੱਗੇ ਜਾ ਕੇ ਦਿੱਕਤ ਹੋਵੇ। ਤਾਂ ਅੱਜ ਤੁਸੀਂ ਦੇਖੋ ਉਹੀ ਬੰਦਾ ਇੱਥੋਂ ਦੀ ਨਿਕਲ ਕੇ ਬੀਜੇਪੀ ਜੁਆਇਨ ਕਰ ਲੈਂਦਾ, ਕਿਉਂਕਿ ਜੇ ਉਹਨਾਂ ਨੇ ਇਦਾਂ ਦੀ ਕੁਝ ਕੀਤੀ ਹੁੰਦੀ ਤਾਂ ਸ਼ਾਇਦ ਉਹਨਾਂ ਨੂੰ ਸੌਖਾ ਨੇ, ਉਹਨਾਂ ਨੇ ਕੁਝ ਸੋਚ ਕੇ ਹੀ ਰੱਖਿਆ ਹੋਊਗਾ ਕਿ ਹੋ ਸਕਦਾ ਕਿ ਕਦੀ ਮੌਕਾ ਮਿਲੇ ਤਾਂ ਸ਼ਾਇਦ ਮੈਨੂੰ ਬੀਜੇਪੀ ਵੀ ਜੁਆਇਨ ਕਰਨੀ ਪਵੇ। ਤਾਂ ਉਹਨਾਂ ਦੀ ਹੋ ਸਕਦਾ ਇਹ ਪਲੈਨਿੰਗ ਪਹਿਲਾਂ ਦੀ ਹੋਵੇ ਕਿ ਅਗਰ ਇੱਥੋਂ ਦੀ ਮੈਨੂੰ ਜਿਸ ਚੀਜ਼ ਵਾਸਤੇ ਉਹ ਇਸ ਕਾਂਗਰਸ ਜੁਆਇਨ ਕੀਤੀ ਸੀਐਮ ਬਣਨ ਵਾਸਤੇ, ਸੀਐਮ ਤਾਂ ਪੋਸਟ ਉਹਨਾਂ ਨੂੰ ਇੱਥੇ ਮਿਲਣੀ ਸੀ, ਹੁਣ ਉੱਥੇ ਚਲੇ ਗਏ। ਬਟ ਉੱਥੇ ਵੀ ਹੁਣ ਤੁਸੀਂ ਦੇਖੋ ਅੱਧੀ ਜ਼ਿਆਦਾ ਕਾਂਗਰਸ ਸਾਰੇ ਬੀਜੇਪੀ ਜੁਆਇਨ ਕਰ ਚੁੱਕੀ ਆ। ਹੁਣ ਉੱਥੇ ਵੀ ਇਹਨਾਂ ਦਾ ਕਿੱਦਾਂ ਦਾ ਆਪਸ 'ਚ ਕੋਆਰਡੀਨੇਸ਼ਨ ਹੁੰਦਾ ਜਾਂ ਕੀ ਰੋਲ ਬਣਦਾ ਜਾਂ ਕਿਹਦੇ ਨਾਲ ਸਹਿਮਤੀ ਬਣਦੀ ਹੈ ਸੀਐਮ ਫੇਸ ਦੀ, ਅਗਰ ਇਹ ਕਦੀ ਵੀ ਐਲਾਨ ਕਰਦੇ ਹੈ ਤਾਂ ਮੈਨੂੰ ਲੱਗਦਾ ਉੱਥੇ ਵੀ ਇਦਾਂ ਦੀ ਮੁਸ਼ਕਿਲਾਂ ਬਹੁਤ ਜ਼ਿਆਦਾ ਆਉਣੀਆਂ। ਉੱਥੇ ਵੀ ਇੱਕ ਤੋਂ ਇੱਕ ਧੁਰੰਧਰ ਸਾਰੇ ਇਕੱਠੇ ਹੋ ਗਏ ਇੱਕ ਹੀ ਜਗ੍ਹਾ ਤੇ। ਦੇਖੋ ਪੰਜਾਬ ਬੀਜੇਪੀ ਦੇ ਵਿੱਚ ਤਾਂ ਖੈਰ ਬਹੁਤ ਵੱਡੇ ਵੱਡੇ ਲੀਡਰ ਪਹਿਲਾਂ ਹੀ ਹੈਗੇ ਆ, ਬਹੁਤ ਜਿਹੜੇ ਧੁਰੰਧਰ ਬੈਠੇ ਹੋਏ ਆ ਕਈ, ਜਿਨ੍ਹਾਂ ਨੂੰ ਕਿਉਂਕਿ ਪਹਿਲਾਂ ਪੰਜਾਬ ਦੇ ਵਿੱਚ ਬੀਜੇਪੀ ਦੀ ਜਿਹੜੀ ਰਾਜਨੀਤਿਕ ਜ਼ਮੀਨ ਸੀਗੀ, ਜਿਹੜੀ ਰਾਜਨੀਤਿਕ ਦਾਇਰਾ ਸੀਗਾ ਉਹ ਬੜਾ ਛੋਟਾ ਸੀਗਾ, 23 ਸੀਟਾਂ ਤੇ ਲੜਦੇ ਹੁੰਦੇ ਸੀਗੇ। ਕਿਉਂਕਿ ਅਕਾਲੀ ਦਲ ਨਾਲ ਉਹ ਮਿਲ ਕੇ ਕੰਮ ਕਰ ਰਹੇ ਸੀ, ਇਸ ਲਈ ਉਹਨਾਂ ਨੇ ਉਹਨਾਂ ਧਿਆਨ ਨਹੀਂ ਦਿੱਤਾ। ਬਟ ਜਦੋਂ ਅਕਾਲੀ ਨਾਲ ਗਠਬੰਧਨ ਇਹਦਾ ਟੁੱਟ ਗਿਆ ਤਾਂ ਫਿਰ ਇਹਨਾਂ ਨੇ ਸੋਚਣਾ ਸ਼ੁਰੂ ਕੀਤਾ ਕਿ ਸਾਨੂੰ ਆਪਣਾ ਹੈ ਇੱਕ ਇੱਥੇ ਜਗ੍ਹਾ ਬਣਾਉਣੀ ਪਊਗੀ, ਔਰ ਹੌਲੀ ਹੌਲੀ ਉਹਨਾਂ ਨੇ ਸਾਰੇ ਜਿੰਨੇ ਵਧੀਆ ਬੰਦੇ ਹੈਗੇ ਇਕੱਠੇ ਕਰਨੇ ਸ਼ੁਰੂ ਕਰ ਲਏ, ਔਰ ਅੱਜ ਦੀ ਡੇਟ ਵਿੱਚ ਕਾਫੀ ਪਾਵਰਫੁਲ ਹੈ। ਬਟ ਇਹ ਮੈਨੂੰ ਲੱਗਦਾ ਹੌਲੀ ਹੌਲੀ ਥੋੜ੍ਹੇ ਜਿਹੇ ਐਕਟਿਵ ਹੋਣਗੇ ਤਾਂ ਇਹੀ ਆਪਾਂ ਦੇਖੋ ਬਾਜਵਾ ਦੀ ਬਿਆਨਬਾਜ਼ੀ ਤੋਂ ਜੋ ਲੱਗਦਾ ਹੈ, ਬਾਜਵਾ ਸਾਹਿਬ ਦੀ ਬਿਆਨਬਾਜ਼ੀ ਤੋਂ ਲੱਗਦਾ ਹੈ ਜੋ ਪ੍ਰਤਾਪ ਸਿੰਘ ਬਾਜਵਾ, ਕਿਉਂਕਿ ਪ੍ਰਤਾਪ ਸਿੰਘ ਬਾਜਵਾ ਮੈਂ ਤੁਹਾਨੂੰ ਦੱਸਿਆ ਕਿ ਬਹੁਤ ਸੀਨੀਅਰ ਲੀਡਰ ਨੇ ਪਾਰਟੀ ਦੇ ਵਿੱਚ। ਜਿਹੜੇ ਵੱਡੇ ਅਹੁਦੇ ਹੁੰਦੇ ਆ ਹਰ ਉਸ ਅਹੁਦੇ 'ਤੇ ਤਕਰੀਬਨ ਇਹ ਰਹੇ ਨੇ। ਯੂਥ ਕਾਂਗਰਸ ਦੇ ਪ੍ਰਧਾਨ ਰਹੇ ਨੇ, ਸਟੇਟ ਕਾਂਗਰਸ ਦੇ ਪ੍ਰਧਾਨ ਰਹੇ ਨੇ, 3 ਵਾਰੀ ਮੰਤਰੀ ਰਹੇ ਨੇ, 4 ਵਾਰੀ ਐਮਐਲਏ ਰਹੇ ਨੇ, ਔਰ ਹੁਣ ਓਪੋਜੀਸ਼ਨ ਲੀਡਰ ਵੀ ਬਣ ਗਏ, ਐਮਪੀ ਲੋਕ ਸਭਾ ਦੇ ਵੀ ਰਹੇ ਨੇ, ਰਾਜ ਸਭਾ। ਇਹਨਾਂ 'ਚ ਕੋਈ ਐਸਾ ਜਿਹੜਾ ਸਿਆਸੀ ਅਹੁਦਾ ਨਹੀਂ ਹੈ ਜਿਹੜਾ ਇਹਨਾਂ ਨੇ ਹੰਢਾਇਆ ਨਹੀਂ ਹੈਗਾ। ਅਤੇ ਜ਼ਾਹਿਰ ਹੈ ਕਿ ਜਦੋਂ ਤੁਸੀਂ ਸਾਲ ਦਰ ਸਾਲ ਸਿਆਸਤ ਦੇ ਵਿੱਚ ਅੱਗੇ ਵੱਧਦੇ ਜਾਂਦੇ ਹੋ, ਹਰ ਅਹੁਦੇ 'ਤੇ ਕੰਮ ਕਰਦੇ ਹੋ, ਤਾਂ ਤੁਹਾਨੂੰ ਉਹਦਾ ਤਜਰਬਾ ਬਹੁਤ ਜ਼ਿਆਦਾ ਹੋ ਜਾਂਦਾ। ਹੁਣ ਪ੍ਰਤਾਪ ਸਿੰਘ ਬਾਜਵਾ ਦੇ ਜਿਹੜੇ ਬਿਆਨ ਤੋਂ ਇਹ ਲੱਗਦਾ ਹੈ ਕਿ ਉਹਨਾਂ ਨੂੰ ਇਹ ਫੀਲ ਹੋ ਰਿਹਾ ਕਿ ਮੈਂ ਇਕੱਲਾ ਰਹਿ ਗਿਆ। ਹਾਂਜੀ ਕਿਉਂਕਿ ਉਹਨਾਂ ਦੀ ਪਾਰਟੀ ਥੋੜੀ ਬਿਖਰੇਵੇਂ 'ਚ ਆ, ਕਿਉਂਕਿ ਇਸ ਲਈ ਕੋਈ ਹੋਰ ਵੀ ਲੀਡਰ ਇਦਾਂ ਦਾ ਐਕਟਿਵ ਨਹੀਂ ਹੈਗਾ ਕਿ ਜੋ ਆਪੋਜੀਸ਼ਨ ਦੇ ਕੋਈ ਵੀ ਕੰਮ ਤੇ ਨੁਕਸ ਕੱਢੇ ਜਾਂ ਕੋਈ ਸਵਾਲ ਚੁੱਕੇ। ਸਾਰੇ ਚੁੱਪਚਾਪ ਬੈਠੇ ਹੋਏ ਆ, ਤਾਂ ਇਹਨਾਂ ਦਾ ਕੋਈ ਸਮਝ ਨਹੀਂ ਲੱਗਦਾ। ਹੁਣ ਤੁਸੀਂ ਦੇਖੋ ਥੋੜੇ ਦਿਨ ਪਹਿਲਾਂ ਹੀ ਬਾਜਵਾ ਨੇ ਆਪਣੇ ਹੀ ਕਾਂਗਰਸ ਦੇ ਜਿਹੜਾ ਪ੍ਰਧਾਨ ਮੰਤਰੀ ਸੀ ਮਨਮੋਹਨ ਸਿੰਘ ਤੇ ਇੱਕ ਟਿੱਪਣੀ ਕੀਤੀ ਸੀ ਕਿ ਉਹ ਫਰਜ਼ੀ ਪ੍ਰਧਾਨ ਮੰਤਰੀ ਹੈਗੇ, ਔਰ ਇਹ ਬਹੁਤ ਬੜਾ ਇੱਕ ਮੁੱਦਾ ਵੀ ਹੈਗਾ, ਇੱਕ ਸ਼ੌਕਿੰਗ ਨਿਊਜ਼ ਵੀ ਹੈਗੀ ਆ। ਤੁਸੀਂ ਦੇਖ ਲਓ ਉਹਨਾਂ ਨੇ ਰਾਹੁਲ ਗਾਂਧੀ ਦੇ ਉੱਥੇ ਬੈਠੇ ਹੋਏ ਨਾਲ ਉਹਨਾਂ ਨੂੰ ਇਹ ਵਰਡਿੰਗ ਉਹਨਾਂ ਦੀ ਸੀ ਕਿ ਤੁਸੀਂ ਇਹ ਕਿੱਦਾਂ ਦੇ ਫਰਜ਼ੀ ਪ੍ਰਧਾਨ ਮੰਤਰੀ ਬਣਾਏ, ਐਰਾ ਗੈਰਾ ਕਿਸੇ ਨੂੰ ਚੱਕ ਕੇ ਤੁਸੀਂ ਪ੍ਰਧਾਨ ਮੰਤਰੀ ਬਣਾ ਦਿੰਦੇ ਆ, ਤੁਹਾਨੂੰ ਇੱਦਾਂ ਦੇ ਪ੍ਰਧਾਨ ਮੰਤਰੀ, ਅਸੀਂ ਤੁਹਾਨੂੰ ਹੀ ਪ੍ਰਧਾਨ ਮੰਤਰੀ ਦੇਖਣਾ ਚਾਹੁੰਦੇ ਆ। ਤਾਂ ਇੱਥੋਂ ਦੇ ਇੱਕ ਸਾਫ਼ ਨਜ਼ਰ ਆਉਂਦਾ ਕਿ ਉਹ ਇੱਕ ਚਾਪਲੂਸੀ ਕਰ ਰਹੇ ਜਾਂ ਸਿਰਫ ਰਾਹੁਲ ਗਾਂਧੀ ਨੂੰ ਖੁਸ਼ ਕਰਨ ਵਾਸਤੇ ਇੱਦਾਂ ਦੇ ਬਿਆਨਬਾਜ਼ੀ ਕਰ ਰਹੇ। ਬਟ ਇੱਦਾਂ ਦੇ ਬਿਆਨਬਾਜ਼ੀ ਤੋਂ ਉਹਨਾਂ ਨੂੰ ਬਚਣਾ ਚਾਹੀਦਾ ਹੈਗਾ। ਤੁਸੀਂ ਦੇਖੋ ਮਨਮੋਹਨ ਸਿੰਘ ਕੋਈ ਛੋਟੇ ਮੋਟੇ ਜਾਂ ਇੱਦਾਂ ਦੇ ਨਹੀਂ ਹੈਗੇ, ਉਹ ਅਰਥ ਸ਼ਾਸਤਰੀ ਆ। ਉਹਨਾਂ ਨੇ ਆਪਣੀ ਜੋ ਡਿਗਰੀਆਂ ਹਾਸਲ ਕੀਤੀ ਹੈ, ਉਹਨਾਂ ਦੀ ਅਚੀਵਮੈਂਟ ਸਾਰੀ ਦੁਨੀਆ ਉਸ ਤੋਂ ਤਾਰੀਫ ਕਰਦੀ ਹੈਗੀ ਆ। ਤਾਂ ਉਹ ਜੋ ਸਿਆਸਤ ਵਿੱਚ ਜਦੋਂ ਵੀ ਆਏ ਹੈਗੇ, ਉਹਨਾਂ ਦੀ ਆਪਣੀ ਮਰਜ਼ੀ ਨਹੀਂ ਸੀ, ਉਹ ਫਾਈਨੈਂਸ ਮਿਨਿਸਟਰ ਸੀਗੇ, ਉਹ ਪਾਰਟੀ ਦਾ ਇੱਕ ਡਿਸੀਜਨ ਸੀ, ਉਹਨਾਂ ਦਾ ਆਪਣਾ ਡਿਸੀਜਨ ਨਹੀਂ ਸੀਗਾ ਕਿ ਮੈਂ ਸੀਐਮ ਬਣਨਾ ਚਾਹੁੰਦਾ ਜਾਂ ਕੁਝ ਕਰਨਾ ਚਾਹੁੰਦਾ। ਹੋਰ ਦੇਖੋ ਜੀ ਉਹਨਾਂ ਨੇ 10 ਸਾਲ ਕੱਢੇ ਹੈਗੇ ਆ, 10 ਸਾਲ ਉਹਨਾਂ ਤੇ ਕੋਈ ਕਰਪਸ਼ਨ, ਕੋਈ ਇੱਦਾਂ ਦੀ ਬਿਆਨਬਾਜ਼ੀ ਉਹਨਾਂ ਨੇ ਕੁਝ ਨਹੀਂ ਕੀਤੀ ਹੈਗੀ ਆ। ਇੰਨਾ ਸਾਫ਼ ਸੁਥਰਾ ਇਹ ਕਿ ਉਹਨਾਂ ਦੇ ਜਿਹੜੇ ਪਾਰਟੀ ਦੇ ਹੋਰ ਵਰਕਰ ਸੀ ਜਾਂ ਜਿਨ੍ਹਾਂ ਦੇ ਨਾਮ ਤੇ ਘੁਟਾਲੇ ਚੱਲਦੇ ਰਹੇ ਆ, ਬਟ ਤੁਸੀਂ ਮਨਮੋਹਨ ਸਿੰਘ ਦੇ ਨਾਮ ਤੇ ਕਦੀ ਵੀ ਇੱਦਾਂ ਦਾ ਕੋਈ ਕਾਂਡ ਜਾਂ ਕੋਈ ਕਿੱਸਾ ਨਹੀਂ ਸੁਣਿਆ ਹੋਊਗਾ। ਤਾਂ ਮੇਰੇ ਖਿਆਲ ਤੋਂ ਤਾਂ ਬਾਜਵਾ ਜੀ ਨੇ ਜਿਹੜਾ ਉਹਨਾਂ ਤੇ ਇੱਕ ਟਿੱਪਣੀ ਕੀਤੀ ਹੈ ਫਰਜ਼ੀ ਪ੍ਰਧਾਨ ਮੰਤਰੀ, ਇਹ ਬਹੁਤ ਗਲਤ ਟਿੱਪਣੀ ਕਰਤੀ ਹੈਗੀ। ਇਹਨੇ ਤਾਂ ਉਹਨਾਂ ਨੂੰ ਸੋਚ ਵਿਚਾਰ ਕੇ ਬੋਲਣਾ ਚਾਹੀਦਾ ਸੀ। ਹਾਂ, ਇਹ ਹੈ ਕਿ ਪ੍ਰਤਾਪ ਸਿੰਘ ਬਾਜਵਾ ਜਦੋਂ ਬਿਆਨ ਦੇਣ ਲੱਗਦੇ ਆ ਨਾ, ਉਦੋਂ ਸੀਨੀਅਰ ਜੂਨੀਅਰਸ ਤਾਂ ਖੈਰ ਦੇਖਣਾ ਹੀ ਚਾਹੀਦਾ। ਅਜੇ ਇਹਨਾਂ ਨੇ ਦੇਖੋ ਜਿਹੜਾ ਆਮ ਆਦਮੀ ਪਾਰਟੀ ਦਾ ਵਿਵਾਦ, ਯਾਨੀ ਸੀਐਮ ਦਾ ਭਗਵੰਤ ਸਿੰਘ ਮਾਨ ਦਾ ਜਿਹੜਾ ਵਿਵਾਦ ਗਵਰਨਰ ਦੇ ਨਾਲ, ਹਾਂਜੀ ਗਵਰਨਰ ਨਾਲ, ਉਹਦੇ ਵਿੱਚ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਜੀ ਜਿਹੜਾ ਉਹ ਸੰਵਿਧਾਨਿਕ ਅਹੁਦਾ ਹੈ ਤੇ ਉਹਦੇ ਵਿੱਚ ਜੇ ਉਹਨੂੰ ਜਵਾਬਦੇਹੀ ਹੈਗੀ ਗਵਰਨਮੈਂਟ ਦੀ, ਤਾਂ ਤੁਸੀਂ ਇਹਦੀ ਜਵਾਬਦੇਹੀ ਤੁਹਾਨੂੰ ਦੇਣੀ ਚਾਹੀਦੀ ਹੈ, ਉਹਨਾਂ ਨੂੰ ਜਵਾਬ ਤੁਹਾਨੂੰ ਦੇਣਾ ਚਾਹੀਦਾ। ਉਹਦੇ ਵਿੱਚ ਵੀ ਉਹਨਾਂ ਨੇ ਆਰਟੀਕਲ ਜੇ ਕੱਢ ਲਿਆ ਕਿ ਆਹ ਆਰਟੀਕਲ ਹੈਗਾ, ਇਹ 'ਚ ਆਹ ਰੂਲ ਹੈਗਾ। ਬਟ ਜੇ ਤੁਸੀਂ ਦੇਖੋ ਪਿੱਛੇ ਸੁਪਰੀਮ ਕੋਰਟ ਦੀ ਵੀ ਇੱਕ ਟਿੱਪਣੀ ਆਈ ਸੀ ਕਿ ਜਿਹੜਾ ਗਵਰਨਰ ਹੈਗਾ ਉਹਨਾਂ ਨੂੰ ਪੋਲਿਟਿਕਸ ਵਿੱਚ ਇੰਟਰਫੇਅਰ ਨਹੀਂ ਕਰਨਾ ਚਾਹੀਦਾ ਹੈਗਾ। ਦੂਸਰੀ ਗੱਲ ਇਹ ਕਿ ਇਹ ਜਿਹੜੀ ਗਵਰਨਰ ਦਾ ਜਿਹੜਾ ਮੁੱਦਾ ਚੁੱਕਿਆ ਗਿਆ ਹੈਗਾ, ਇਹਦਾ ਵੀ ਇਸ਼ੂ ਇੱਦਾਂ ਰਿਹਾ ਹੈਗਾ ਕਿ ਜਿਹੜੇ ਇਹਨਾਂ ਦੇ ਆਪ ਦੇ ਕੰਗ ਹੈਗੇ ਆ, ਉਹਨਾਂ ਨੇ ਇੱਕ ਸਟੇਟਮੈਂਟ ਜਾਰੀ ਕਰਕੇ ਕਿ ਇਹ ਉਹੀ ਗਵਰਨਰ ਹੈਗੇ ਆ ਜਿਨ੍ਹਾਂ ਨੇ ਕਰਨਾਟਕਾ, ਮੱਧ ਪ੍ਰਦੇਸ਼, ਗੋਆ ਵਿੱਚ ਜਿਹੜੀ ਇਹਨਾਂ ਦੀ ਕਾਂਗਰਸ ਸਰਕਾਰ ਸੀ, ਜਿਹਦੇ ਵਿੱਚ
ਉਠਾ ਪਟਕ ਕਰਕੇ ਇਹਨਾਂ ਨੂੰ ਉੱਥੋਂ ਪਾਵਰ ਤੋਂ ਹਟਾਤਾ। ਤਾਂ ਉਹ ਸਾਰੇ ਉਹ ਉੱਦਾਂ ਦੀ ਹੀ ਉਹੀ ਗਵਰਨਰ ਹੈਗੇ ਜਿਨ੍ਹਾਂ ਨੇ ਇਹਨਾਂ ਦੇ ਕਾਂਗਰਸ ਦੇ ਅਗੇਂਸਟ ਕੰਮ ਕੀਤਾ। ਤਾਂ ਅੱਜ ਇਹੀ ਬਾਜਵਾ ਉਹਨਾਂ ਦੀ ਸਪੋਰਟ ਕਰ ਰਹੇ ਹੈਗੇ, ਜਦਕਿ ਇਹਨਾਂ ਨੂੰ ਸਰਕਾਰ ਦੇ ਨਾਲ ਤਾਂ ਪੰਜਾਬ ਦੇ ਨਾਲ ਸਪੋਰਟ ਕਰਨੀ ਚਾਹੀਦੀ ਸੀ ਜੋ ਮੁੱਦਾ ਬੰਦਾ ਸੀਗਾ। ਉਹਨਾਂ ਨੇ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਕੈਪਟਨ ਅਮਰਿੰਦਰ ਸਿੰਘ ਜਦੋਂ ਰਾਮ ਰਹੀਮ ਨੂੰ ਪਹਿਲੀ ਪੈਰੋਲ ਜਦੋਂ ਮਿਲੀ ਕੈਪਟਨ ਅਮਰਿੰਦਰ ਸਿੰਘ ਦੇ, ਉਹਨਾਂ ਨੇ ਕਿਹਾ ਕਿ ਉਹ ਕਦੀ ਵੀ ਉਹਨਾਂ ਨੇ ਉਹਦਾ ਵਿਰੋਧ ਨਹੀਂ ਕੀਤਾ ਕਿ ਇਹਨੂੰ ਪੈਰੋਲ ਕਿਉਂ ਮਿਲ ਰਹੀ ਹੈ, ਜਦਕਿ ਕਿਉਂਕਿ ਉਹ ਜਦੋਂ ਵੀ ਗੁਰਮੀਤ ਰਾਮ ਰਹੀਮ ਨੂੰ ਪੈਰੋਲ ਮਿਲਦੀ ਹੈ ਤਾਂ ਪੰਜਾਬ ਦੇ ਵਿੱਚ ਉਹਦੀ ਹਲਚਲ ਸਭ ਤੋਂ ਜ਼ਿਆਦਾ, ਹਾਲਾਂਕਿ ਉਹ ਪੈਰੋਲ ਮਿਲਣ ਦੇ ਟਾਈਮ ਕਦੀ ਵੀ ਸਿਰਸਾ ਡੇਰਾ ਜਾਂ ਪੰਜਾਬ ਦੇ ਵੱਲ ਨਹੀਂ ਆਏ, ਲੇਕਿਨ ਚਾਹੇ ਉਹ ਬਾਗਪਤ 'ਚ ਵੀ ਰਹਿੰਦੇ ਨੇ, ਲੇਕਿਨ ਉਹਦਾ ਅਸਰ ਜਿਹੜਾ ਹੈ ਕਿਉਂਕਿ ਪੰਜਾਬ ਦੇ ਮਾਲਵਾ ਖੇਤਰ ਦੇ ਵਿੱਚ ਡੇਰੇ ਦਾ ਬੜਾ ਪ੍ਰਭਾਵ ਹੈ। ਦੇਖੋ ਜੀ ਕੈਪਟਨ ਦੀ ਜਦੋਂ ਤੁਸੀਂ ਗੱਲ ਕੀਤੀ ਹੈਗੀ ਆ, ਤੁਸੀਂ ਮੈਨੂੰ ਦੇਖੋ, ਮੈਂ ਸ਼ਾਇਦ ਜਦੋਂ ਤੋਂ ਉਹ ਸੀਟ ਆਪਣੀ ਕੁਰਸੀ ਤੋਂ ਉਤਾਰੇ ਗਏ ਸੀਗੇ ਸੀਐਮ ਦੀ, ਉਹਦੇ ਬਾਅਦ ਮੈਂ ਉਹਨਾਂ ਨੂੰ ਕਿਸੇ ਵੀ ਪ੍ਰੋਪਰ ਤਰੀਕੇ ਨਾਲ ਕਿਤੇ ਵੀ ਕੋਈ ਕਾਨਫਰੰਸ ਜਾਂ ਕਿਤੇ ਕੋਈ ਬਿਆਨਬਾਜ਼ੀ ਕਰਦੇ ਹੋਏ ਜਾਂ ਕੋਈ ਮੁੱਦਾ ਚੱਕਦੇ ਹੋਏ ਨਹੀਂ ਦੇਖਿਆ। ਉਹ ਇੱਕਦਮ ਸਾਇਲੈਂਟ ਹੋ ਗਏ ਸਿੱਧਾ ਬੀਜੇਪੀ ਨਾਲ ਜੁੜ ਗਏ, ਜਦਕਿ ਉਹ ਬਹੁਤ ਤਗੜੇ ਆਪਾਂ ਪੋਲੀਟੀਸ਼ੀਅਨ ਕਹਿ ਸਕਦੇ ਜਿਨ੍ਹਾਂ ਨੇ 10 ਸਾਲ ਪੰਜਾਬ 'ਚ ਕੱਢੇ ਆ, ਇੰਨੇ ਪਾਵਰਫੁਲ ਹੈਗੇ ਆ। ਉਹਨਾਂ ਦੇ ਇੱਕ ਬਿਆਨ ਤੇ ਲੋਕਾਂ ਦਾ ਰਿਐਕਸ਼ਨ, ਸਰਕਾਰਾਂ ਵੀ ਹਿਲਦੀਆਂ ਹੈਗੀਆਂ। ਤਾਂ ਜਦੋਂ ਇਦਾਂ ਦੇ ਬੜੇ ਮੁੱਦੇ ਆਉਂਦੇ ਤਾਂ ਮੇਰੇ ਹਿਸਾਬ ਨਾਲ ਜਿਹੜੇ ਬੜੇ ਲੀਡਰ ਹੈਗੇ ਉਹਨਾਂ ਦਾ ਸਟੇਟਮੈਂਟ ਦੇਣਾ ਬਣਦਾ ਹੈਗਾ, ਨਾ ਕਿ ਚੁੱਪਚਾਪ ਬੈਠਣਾ। ਤਾਂ ਇਸ ਕਰਕੇ ਜਦੋਂ ਉਹਨਾਂ ਦੀ ਚੁੱਪੀ ਹੁੰਦੀ ਤਾਂ ਜਿਹੜੇ ਦੂਜੇ ਲੀਡਰਸ ਹੈਗੇ ਉਹਨਾਂ ਨੂੰ ਇਹ ਬੋਲਣ ਦਾ ਮੌਕਾ ਮਿਲ ਜਾਂਦਾ ਕਿ ਦੇਖੋ ਜੀ ਆਹ ਘਟਨਾ ਹੋਈ ਸੀ ਤਾਂ ਕੈਪਟਨ ਨੇ ਕੋਈ ਜਵਾਬ ਨਹੀਂ ਦਿੱਤਾ। ਉਹ ਤਾਂ ਉੱਦਾਂ ਵੀ ਮੇਰੇ ਖਿਆਲ ਤੋਂ ਕਿਸੇ ਵੀ ਮੁੱਦੇ ਤੋਂ ਕੋਈ ਰਿਐਕਸ਼ਨ ਬਹੁਤ ਘੱਟ ਦੇ ਰਹੇ ਹੈਗੇ ਆ। ਨਹੀਂ, ਬਾਜਵਾ ਤਾਂ ਮਤਲਬ ਇਹ ਤੱਕ ਕਹਿ ਚੁੱਕੇ ਨੇ ਕਿ ਸੁਨੀਲ ਜਾਖੜ ਜਿਹੜੇ ਹੈਗੇ ਆ ਉਹ ਰਾਹੁਲ ਗਾਂਧੀ ਨੂੰ ਕਦੀ ਵੀ ਪ੍ਰਧਾਨ ਮੰਤਰੀ ਦੇਖਣਾ ਨਹੀਂ ਸੀ ਚਾਹੁੰਦੇ। ਇਸ ਕਰਕੇ ਉਹਨਾਂ ਨੇ ਕਈ ਗੱਲਾਂ ਕੀਤੀਆਂ ਕਿ ਰਾਹੁਲ ਗਾਂਧੀ ਦੀ ਪਗੜੀ ਦੇ ਰੰਗ ਤੇ ਇਹਨਾਂ ਨੇ ਉਂਗਲੀਆਂ ਚੱਕੀਆਂ, ਹੋਰ ਤਰ੍ਹਾਂ ਦੀ ਕਈ ਗੱਲਾਂ ਜਿਹੜੀਆਂ ਹੈਗੀਆਂ ਪ੍ਰਤਾਪ ਸਿੰਘ ਬਾਜਵਾ ਨੇ ਇਹ ਗੱਲਾਂ ਕਹੀਆਂ, ਜਦਕਿ ਜਿਹੜਾ ਸੁਨੀਲ ਜਾਖੜ ਹੈ ਉਹਨਾਂ ਨੇ ਮੈਨੂੰ ਨਹੀਂ ਲੱਗਦਾ ਕਿ ਕਦੀ ਵੀ ਰਾਹੁਲ ਗਾਂਧੀ ਦੇ ਵਿਰੋਧ 'ਚ ਕੁਛ ਕਿਹਾ ਹੋਵੇ। ਇਹ ਦੇਖੋ ਜੀ, ਇਹ ਤਾਂ ਇਹਨਾਂ ਦੀ ਇੰਟਰਨਲ ਗੱਲਾਂ ਹੈਗੀਆਂ, ਆਪਸ 'ਚ ਕੀ ਗੱਲਾਂ ਕਰਦੇ ਆ, ਕਿੱਦਾਂ ਹੈਗੇ ਆ, ਉੱਠਦੇ ਬੈਠਦੇ, ਇਹ ਤਾਂ ਇਹਨਾਂ ਦੀ ਪਾਰਟੀ ਦੇ ਜਿਹੜੇ ਵਰਕਰ ਹੈਗੇ ਉਹਨਾਂ ਨੂੰ ਜ਼ਿਆਦਾ ਪਤਾ ਹੈਗਾ। ਬਟ ਜੋ ਵੀ ਗੱਲਾਂ ਨਿਕਲ ਕੇ ਬਾਹਰ ਆਉਂਦੀਆਂ ਹੈਗੀਆਂ ਮੀਡੀਆ 'ਚੋਂ, ਕੋਈ ਇੰਨੀ ਪੋਜ਼ਿਟਿਵ ਗੱਲਾਂ ਨਹੀਂ ਆਉਂਦੀਆਂ ਹੈਗੀਆਂ ਕਿ ਤੁਹਾਨੂੰ ਦੇਖ ਕੇ ਲੱਗੂਗਾ ਕਿ ਕਾਂਗਰਸ ਇਕਜੁੱਟ ਹੈਗੀ ਆ। ਹਰ ਦੂਸਰੇ ਤੀਸਰੇ ਦਿਨ ਆਪਣੇ ਹੀ ਵਰਕਰ ਜਿਹੜੇ ਆਪਣੇ ਨਾਲ ਦੇ ਸਾਥੀ ਆ ਉਹਦੇ ਅਗੇਂਸਟ ਕੋਈ ਸਟੇਟਮੈਂਟ ਆਉਣੀ ਸ਼ੁਰੂ ਹੋ ਜਾਂਦੀ ਹੈ। ਹੁਣ ਜਿਹੜਾ ਜਾਖੜ ਹੈਗਾ ਅਜੇ ਉਹਨਾਂ ਦੇ ਖਿਲਾਫ ਸਟੇਟਮੈਂਟ ਆ ਗਈ ਆ ਕਿ ਉਹ ਤਾਂ ਬਹੁਤ ਪਹਿਲਾਂ ਦੇ ਹੀ ਇਸ ਪਾਰਟੀ ਨੂੰ ਪਸੰਦ ਨਹੀਂ ਕਰਦੇ ਸੀ, ਉਹ ਤਾਂ ਚਾਹੁੰਦੇ ਨਹੀਂ ਸੀਗੇ, ਤਾਂ ਹੀ ਉਹ ਭਗੌੜੇ ਸੀ, ਉਹ ਛੱਡ ਕੇ ਚਲੇ ਗਏ ਆ। ਦੇਖੋ ਹਰ ਬੰਦੇ ਜਦੋਂ ਵੀ ਜਿਹਨੂੰ ਕੋਈ ਚੰਗਾ ਲੱਗਦਾ ਜਾਂ ਉਹ ਪਾਰਟੀ ਨਾਲ ਤੁਸੀਂ ਉੱਥੇ ਕੰਫਰਟੇਬਲ ਫੀਲ ਨਹੀਂ ਕਰ ਰਹੇ ਤਾਂ ਉਹ ਛੱਡ ਕੇ ਜਾਣ ਵਾਸਤੇ ਆਜ਼ਾਦ ਆ। ਤੁਸੀਂ ਉਸ ਤਰੀਕੇ ਦਾ ਮਾਹੌਲ ਜੇ ਪੈਦਾ ਕਰਦੇ ਆ ਕਿ ਉੱਥੇ ਸਾਰੇ ਮਿਲ ਕੇ ਰਹਿਣ ਤਾਂ ਰਹਿ ਵੀ ਸਕਦੇ ਆ। ਜਦੋਂ ਤੁਸੀਂ ਉੱਥੇ ਮਾਹੌਲ ਇੱਦਾਂ ਦਾ ਨਹੀਂ ਹੈਗਾ, ਹਰ ਬੰਦਾ ਆਪਣੀ ਇੱਕ ਪੋਲਿਟਿਕਸ ਕਰ ਰਿਹਾ, ਆਪਣੀ ਹੀ ਇੱਕ ਕੁਰਸੀ ਲੈਣ ਵਾਸਤੇ ਇੰਡੀਵਿਜੂਅਲ ਗੇਮ ਖੇਲ ਰਿਹਾ, ਤਾਂ ਉਹ ਦੂਸਰਾ ਬੰਦੇ ਨੂੰ ਲੱਗਦਾ ਕਿ ਯਾਰ ਮੈਂ ਇੱਥੇ ਬੈਠ ਕੇ ਕੀ ਕਰ ਰਿਹਾ, ਮੇਰੀ ਤਾਂ ਇਹਨਾਂ ਨੂੰ ਸੇਵਾਵਾਂ ਦੀ ਲੋੜ ਹੀ ਨਹੀਂ ਹੈਗੀ ਆ। ਤਾਂ ਉਹ ਕੋਈ ਛੋਟੀ ਮੋਟੀ ਨਹੀਂ। ਸੁਨੀਲ ਜਾਖੜ ਦਾ ਵੀ ਪੰਜਾਬ 'ਚ ਚੰਗਾ ਰੋਲ ਰਿਹਾ ਹੈਗਾ। ਉਹਨਾਂ ਨੇ ਆਪਣੇ ਜਿੱਥੇ ਆਪਣੇ ਵਿਨੋਦ ਖੰਨਾ ਸੀ ਉਹਨਾਂ ਦੇ ਗੁਰਦਾਸਪੁਰ ਵਾਲੀ ਸੀਟ ਤੇ ਵੀ ਕਾਫੀ ਚਿਰ ਰਹੇ ਹੈਗੇ ਆ, ਤਾਂ ਉਹ ਵੀ ਉਹ ਸੀਟ ਉਹਨਾਂ ਨੇ ਜਿੱਤੀ ਹੈਗੀ ਹੈ। ਤਾਂ ਜਦੋਂ ਇੱਕ ਮੌਕਾ ਆਇਆ ਸੀਗਾ ਸੀਐਮ ਦਾ, ਉਸ ਲਈ ਜਾਖੜ ਦਾ ਨਾਮ ਵੀ ਕਾਫੀ ਚੱਲਦਾ ਪਿਆ ਸੀ, ਬਟ ਐਂਡ ਮੂਵਮੈਂਟ ਤੇ ਉਹ ਕਈ ਚੀਜ਼ਾਂ ਇਦਾਂ ਦੀ ਹੋਈਆਂ, ਹਰ ਬੰਦਾ ਇਹੀ ਦੇਖ ਰਿਹਾ ਕਿ ਸ਼ਾਇਦ ਆਹ ਬੰਦਾ ਬਣੂਗਾ, ਦੂਸਰਾ ਬੰਦਾ ਬਣੂਗਾ। ਉਹ 4-5 ਬੰਦੇ ਜਿੰਨੇ ਟੌਪ ਤੇ ਲਾਈਨ ਤੇ ਸੀਗੇ ਉਹ ਸਾਰੇ ਹੀ ਹਟ ਕੇ ਇੱਕ ਨਵਾਂ ਬੰਦਾ ਹੀ ਸੀਐਮ 'ਚ ਆ ਗਿਆ। ਤਾਂ ਇਹ ਪੂਰੀ ਜਿਹੜੀ ਕਾਂਗਰਸ ਦੀ ਟੀਮ ਹੈਗੀ ਸਾਰਿਆਂ ਨੂੰ ਹੀ ਬਹੁਤ ਵੱਡਾ ਸ਼ੌਕ ਲੱਗਿਆ ਸੀਗਾ। ਹਾਂ, ਵਧੀਆ ਛਵੀ ਵਾਲੇ ਲੀਡਰ ਨੇ ਸੁਨੀਲ ਜਾਖੜ। ਇਹ ਨਹੀਂ ਕਿ ਹੁਣ ਜੇ ਕਾਂਗਰਸ ਛੱਡ ਕੇ ਉਹ ਬੀਜੇਪੀ 'ਚ ਚਲੇ ਗਏ ਨੇ ਤਾਂ ਉਹਨਾਂ ਦੀ ਛਵੀ ਖਰਾਬ ਹੋ ਗਈ, ਐਸਾ ਕੁਝ ਨਹੀਂ ਹੈ, ਵਧੀਆ। ਲੇਕਿਨ ਹੁਣ ਪ੍ਰਤਾਪ ਸਿੰਘ ਬਾਜਵਾ ਜਿਹੜੇ ਹੈਗੇ ਆ ਉਹ ਬੋਲਣ ਕੀ, ਸਮਝ ਤਾਂ ਇਹ ਨਹੀਂ ਆਉਂਦਾ ਨਾ ਕਿ ਬੋਲਣ ਕੀ। ਹੁਣ ਉਹ ਜੋ ਪੰਜਾਬ ਸਰਕਾਰ ਦੇ ਖਿਲਾਫ ਬੋਲਦੇ ਆ, ਪੰਜਾਬ ਸਰਕਾਰ ਦੇ ਖਿਲਾਫ ਜੇ ਕੋਈ ਵੀ ਬਿਆਨ ਦਿੰਦੇ ਆ ਤਾਂ ਉਹਦਾ ਰਿਐਕਸ਼ਨ ਇਮੀਡੀਏਟਲੀ ਪੰਜਾਬ ਸਰਕਾਰ ਦਿੰਦੀ, ਕਿਉਂਕਿ ਜਿਹੜੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਹੈ ਹੁਣ ਤੱਕ ਉਹਨਾਂ ਨੇ ਅਜਿਹਾ ਕੋਈ ਕੰਮ ਨਹੀਂ ਕੀਤਾ ਜਿਸ ਦੀ ਆਲੋਚਨਾ ਕੀਤੀ ਜਾ ਸਕੇ, ਜਿਸ ਦੀ ਬੁਰਾਈ ਕੀਤੀ ਜਾ ਸਕੇ। ਦੇਖੋ ਜੀ, ਇੱਕ ਗੱਲ ਹੋਰ ਵੀ ਹੈਗੀ ਹੈ, ਪ੍ਰਤਾਪ ਸਿੰਘ ਬਾਜਵਾ ਜਦੋਂ ਹੁਣ ਬਿਆਨਬਾਜ਼ੀ ਕਰ ਰਹੇ ਕਿ ਜਿਹੜਾ ਮੈਡੀਕਲ ਚੱਲ ਰਿਹਾ ਜਾਂ ਫੈਸਿਲਿਟੀ ਹੈਗੀ ਆ, ਇਹ ਕੰਮ ਠੀਕ ਨਹੀਂ ਜਾਂ ਉਹ ਠੀਕ ਨਹੀਂ। ਦੇਖੋ ਇਹਨਾਂ ਦੀ ਸਰਕਾਰਾਂ ਨੇ ਉਹ ਕੰਮ ਕੀਤੇ ਨਹੀਂ। ਹੁਣ ਜੇ ਕੋਈ ਸਰਕਾਰ ਕੰਮ ਕਰ ਰਹੀ ਹੈ, ਕੋਈ ਚੰਗਾ ਕੰਮ ਕਰ ਰਹੀ ਹੈ, ਤਾਂ ਮੇਰੇ ਖਿਆਲ ਤੁਹਾਨੂੰ ਉਹਦੀ ਖਿੱਚ ਤੋਂ ਨਹੀਂ ਕਰਨੀ ਚਾਹੀਦੀ, ਤੁਸੀਂ ਉਹਦੀ ਸਿਫਤ ਕਰਨੀ ਚਾਹੀਦੀ ਕਿ ਹਾਂ ਵਧੀਆ ਕੰਮ ਕਰ ਰਿਹਾ ਜਾਂ ਇਹ 'ਚ ਹੋਰ ਕਿਹੜੇ ਵਧੀਆ ਕੰਮ ਹੋ ਸਕਦੇ। ਤੁਸੀਂ ਉਹ ਸਰਕਾਰ ਨੂੰ ਸਲਾਹ ਦਿਓ ਕਿ ਇਹ ਕੰਮ ਪੰਜਾਬ ਦੀ ਜਨਤਾ ਲਈ ਤਾਂ ਪੰਜਾਬ ਲਈ ਵਧੀਆ ਹੈਗਾ, ਤੁਸੀਂ ਕਰ ਰਹੇ ਹੋ, ਠੀਕ ਹੈ, ਜਦੋਂ ਸਾਨੂੰ ਮੌਕਾ ਮਿਲੇਗਾ ਅਸੀਂ ਵੀ ਕਰਾਂਗੇ। ਤਾਂ ਲੋਕਾਂ ਨੂੰ ਵੀ ਇਹ ਚੀਜ਼ ਸਮਝ ਲੱਗਦੀ ਹੈ। ਬਟ ਜੇ ਚੰਗੇ ਕੰਮ ਨੂੰ ਵੀ ਤੁਸੀਂ ਜੇ ਮਾੜਾ ਕਹਿਣਾ ਸ਼ੁਰੂ ਕਰੋਗੇ,
ਉੱਥੇ ਉਹ ਗੱਲ ਥੋੜੀ ਗਲਤ ਵੀ ਹੋ ਜਾਂਦੀ ਤਾਂ ਉਹ ਇਹਨਾਂ ਦੇ ਖਿਲਾਫ ਵੀ ਜਾ ਸਕਦੀ ਹੈ। ਜਨਤਾ ਇਹ ਸਭ ਚੀਜ਼ਾਂ ਦੇਖ ਰਹੀ ਹੈ। ਹੋਇਆ ਕੀ ਹੈ ਕਿ ਹੁਣ ਜਦੋਂ ਇਹਨਾਂ ਨੂੰ ਵਿਰੋਧੀ ਧਿਰ ਦਾ ਲੀਡਰ ਬਣਨ ਦਾ ਮੌਕਾ ਮਿਲਿਆ ਹੈ ਪ੍ਰਤਾਪ ਸਿੰਘ ਬਾਜਵਾ ਨੂੰ, ਉਦੋਂ ਸਾਹਮਣੇ ਜਿਹੜੀ ਸਰਕਾਰ ਹੈਗੀ ਉਹ ਬਹੁਤ ਪਾਵਰਫੁਲ ਹੈ। ਪਾਵਰਫੁਲ ਮੀਨ ਬਹੁਤ ਜ਼ਿਆਦਾ ਬਹੁਮਤ ਨਾਲ ਜਿੱਤੀ ਹੋਈ ਹੈ, ਅਤੇ ਉਹਦੇ 'ਚ ਇਹ ਤਾਂ ਹੈ ਨਹੀਂ ਕਿ ਸਰਕਾਰ ਦਾ ਕੁਝ ਵਿਗਾੜਿਆ ਜਾ ਸਕਦਾ। ਇਹੀ ਹੈ ਕਿ ਸਰਕਾਰ ਦੀ ਕਿਸੇ ਕੰਮ ਨੂੰ ਲੈ ਕੇ ਆਲੋਚਨਾ, ਜਿੱਦਾਂ ਹੁਣ ਰੇਤ ਦੀਆਂ ਖੱਡਾਂ ਨੂੰ ਲੈ ਕੇ ਆਲੋਚਨਾ, ਹਜੇ ਕੱਲ੍ਹ ਜਿਹੜਾ ਉਹ ਚੌਧਰੀ ਸੀ, ਰਾਕੇਸ਼ ਚੌਧਰੀ, ਜਿਹੜੇ ਉਹ ਰੇਤ ਮਾਫੀਆ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ, ਅਤੇ ਉਹ ਬਿਕਰਮ ਸਿੰਘ ਮਜੀਠੀਆ ਨੇ ਮੁੱਦਾ ਚੱਕਿਆ ਕਿ ਉਹਨਾਂ 'ਤੇ ਕਾਰਵਾਈ ਨਹੀਂ ਹੋ ਰਹੀ, ਉਹਦੇ ਠੇਕੇ ਨਹੀਂ ਰੱਦ ਕੀਤੇ ਗਏ, ਅਤੇ ਇਮੀਡੀਏਟਲੀ ਇਹ ਜਵਾਬ ਆਇਆ ਕਿ ਜਿਹੜੀਆਂ ਇਹ ਠੇਕੇ ਜਿਹੜੇ ਉਹਨੂੰ ਦਿੱਤੇ ਸੀਗੇ, ਉਹਨੂੰ ਬਣਾਇਆ ਕਿਹਨੇ, ਉਹਨੂੰ ਰੇਤ, ਇਹ ਲੋਕ ਮਾਫੀਆ ਕਹਿੰਦੇ ਉਹਨੂੰ, ਅਤੇ ਰੇਤ ਮਾਫੀਆ ਬਣਾਇਆ ਕਿਹਨੇ, ਉਹ ਬਣਾਇਆ ਕਿਹਨੇ, ਇਹਨਾਂ ਦੀਆਂ ਸਰਕਾਰਾਂ ਨੇ, ਜਿਹੜੀ ਪਿਛਲੀਆਂ ਸਰਕਾਰਾਂ ਰਹੀਆਂ, ਭਗਵੰਤ ਮਾਨ ਹੋਣਾ ਨੇ ਇਸ ਗੱਲ ਦਾ ਕਿਹਾ ਕਿ ਵੀ ਇਹਨਾਂ ਨੇ ਬਣਾਇਆ। ਅਸੀਂ ਤਾਂ ਫਿਰ ਆ ਕੇ ਜਿਹੜਾ ਹੈਗਾ ਸਭ ਤੋਂ ਜ਼ਿਆਦਾ ਇਹ ਨਕੀਲ ਕੱਸੀ ਹੈ। ਅੱਜ ਉਹਨਾਂ ਨੇ ਜਿਹੜੀਆਂ ਖੱਡਾਂ ਹੈਗੀਆਂ ਉਹ ਸਪੁਰਦ ਕੀਤੀਆਂ ਵਾ, ਪਬਲਿਕ ਦੇ ਸਪੁਰਦ ਕੀਤੀਆਂ, ਜਿੱਥੇ ਤੁਸੀਂ ਸਿੱਧੇ ਜਾ ਕੇ ਰੇਤ ਖਰੀਦ ਸਕਦੇ ਹੋ। ਔਰ ਨਹੀਂ ਤਾਂ ਪਹਿਲਾਂ ਤਾਂ ਇਹ ਪਤਾ ਹੀ ਨਹੀਂ ਸੀ ਹੁੰਦਾ ਕਿ ਆਮ ਲੋਕਾਂ ਨੂੰ ਕਿ ਰੇਤ ਦਾ ਠੇਕੇਦਾਰ ਕੌਣ ਆ ਔਰ ਵੇਚ ਕੌਣ ਰਿਹਾ। ਚਲਦੀ ਉੱਥੋਂ ਫ੍ਰੀ ਦੇ ਭਾਅ ਸੀਗੀ, ਅਤੇ ਇੱਥੇ ਆ ਕੇ ਮਹਿੰਗੇ ਭਾਅ ਜਿਹੜੀ ਹੈ ਉਹ ਰੇਤ ਦੀ ਹੁੰਦੀ ਸੀ। ਅੱਜ ਭਗਵੰਤ ਮਾਨ ਨੇ ਫਿਲੌਰ 'ਚ ਗੱਡੇ ਦਾ ਵੀ ਉਦਘਾਟਨ ਕੀਤਾ ਹੈਗਾ। ਉੱਥੇ ਉਹਨਾਂ ਨੇ ਗੱਲ ਕੀਤੀ ਹੈ ਕਿ ਇਹ 'ਚ ਜਿਹੜੀ ਮਾਇਨੇ ਹੋਊਗੀ, ਇਹ ਮਸ਼ੀਨ ਤਾਂ ਬੁਲਡੋਜ਼ਰ ਨਾਲ ਨਹੀਂ ਹੋਊਗੀ, ਇਹ ਹੱਥ ਨਾਲ ਹੀ ਕੀਤੀ ਜਾਊਗੀ। ਇਹ 'ਚ ਜਿਹੜਾ ਵੀ ਐਡਵਾਂਸ ਬੁਕਿੰਗ ਲੋਕੀ ਕਰਨਗੇ, ਪਹਿਲਾਂ ਜਿਹੜਾ ਘਰ ਬਣਾਉਣ ਹੈਗਾ ਉਹਨੂੰ ਪਹਿਲ ਦਿੱਤੀ ਜਾਊਗੀ, ਅਤੇ ਇਹ ਜਿਹੜੀ ਰੇਤਾ ਹੈਗੀ ਤੁਹਾਨੂੰ 5 ਰੁਪਏ ਕਿਲੋ ਦੇ ਹਿਸਾਬ ਨਾਲ ਦਿੱਤੀ ਜਾਊਗੀ। ਤਾਂ ਲੋਕਾਂ ਨੂੰ ਉਹ ਫੈਸਿਲਿਟੀ ਦੇਣੀ ਸ਼ੁਰੂ ਕਰਤੀ ਹੈਗੀ ਆ। ਲੋਕਾਂ ਨੂੰ ਹੁਣ ਦੇਣਾ ਸ਼ੁਰੂ ਕਰਤਾ ਕਿ ਤੁਸੀਂ ਸਸਤੀ ਚੀਜ਼ਾਂ 'ਚ ਆਪਣਾ ਘਰ ਬਣਾ ਸਕਦੇ। ਇੰਨੀ ਮਹਿੰਗੀਆਂ ਜਿਹੜਾ ਠੇਕਾ ਵੇਕਾ ਚੱਲਦਾ ਸੀ, ਉਹ ਚੀਜ਼ ਨੂੰ ਹਟਾਉਣ ਦੀ ਇਹ ਕੋਸ਼ਿਸ਼ ਤਾਂ ਕਰ ਰਹੇ, ਬਟ ਚਲੋ ਨਈ ਸਰਕਾਰ ਹੈ, ਕਈ ਚੀਜ਼ਾਂ ਸਿੱਖਦੀ ਵੀ ਹੈਗੀ, ਗਲਤੀਆਂ ਵੀ ਕਰਦੀ ਹੈਗੀ ਆ। ਜੇ ਬੰਦਾ ਕੁਝ ਚੰਗਾ ਕਰ ਰਿਹਾ ਤਾਂ ਥੋੜ੍ਹਾ ਬਹੁਤ ਗਲਤੀ ਹੋਣੀ ਜਾਇਜ਼ ਵੀ ਹੈਗੀ ਆ, ਉਹ ਲੋਕੀ ਬਰਦਾਸ਼ਤ ਕਰ ਲੈਂਦੇ। ਬਟ ਜੇ ਤੁਸੀਂ ਸਾਰਾ ਕੁਝ ਹੀ ਗਲਤ ਕਰੋਗੇ, ਉਹ ਚੀਜ਼ਾਂ ਬਰਦਾਸ਼ਤ ਨਹੀਂ ਕਰਦੇ। ਤਾਂ ਆਪਾਂ ਜਿੱਦਾਂ ਜਾਖੜ ਦੀ ਗੱਲ ਕਰ ਰਹੇ ਸੀ, ਤਾਂ ਪ੍ਰਤਾਪ ਸਿੰਘ ਬਾਜਵਾ ਨੇ ਇੱਕ ਹੋਰ ਵੱਡਾ ਇਲਜ਼ਾਮ ਲਗਾਇਆ ਕਿ ਜਿਹੜੇ ਜਾਖੜ ਹੈਗੇ ਤਾਂ ਅਮਰਿੰਦਰ ਸਿੰਘ ਹੈ, ਇਹਨਾਂ ਦੋਨਾਂ ਦੀ ਗੱਠਜੋੜ ਬਹੁਤ ਪੁਰਾਣੀ ਹੈਗੀ ਆ। ਇਹ ਦੋਨੋਂ ਗੁਪਚੁਪ ਤਰੀਕੇ ਨਾਲ ਮਿਲਦੇ ਰਹਿੰਦੇ ਸੀ, ਤਾਂ ਇਹਨਾਂ ਦੇ ਇਹ ਲੋਕਾਂ ਤੋਂ ਕਿਸੇ ਛੁਪਿਆ ਨਹੀਂ ਕਿ ਇਹ ਦੋਨੋਂ ਕਿੱਦਾਂ ਦੀ ਸਾਜ਼ਿਸ਼ ਕਰਦੇ ਸੀ, ਕਿਸ ਤਰ੍ਹਾਂ ਇਹ ਦੋਨੋਂ ਹੀ ਬੀਜੇਪੀ ਦੇ ਅਗੇਂਸਟ ਇਹਨਾਂ ਨੇ ਕਦੀ ਕੋਈ ਗੱਲਬਾਤ ਹੀ ਨਹੀਂ ਕੀਤੀ। ਨਹੀਂ, ਮੈਂ ਜੋ ਫੀਲ ਕੀਤਾ ਉਹ ਇਹ ਕਿ ਕੈਪਟਨ ਅਮਰਿੰਦਰ ਸਿੰਘ ਔਰ ਸੁਨੀਲ ਜਾਖੜ ਨੂੰ ਇਹ ਗੱਲ ਕਹੀ ਜਾ ਰਹੀ ਕਿ ਇਹ ਲੋਕ ਬੀਜੇਪੀ ਦੇ ਨਾਲ ਮਿਲਦੇ ਰਹਿੰਦੇ ਸੀਗੇ। ਖੈਰ, ਇਸ ਤੋਂ ਪਹਿਲਾਂ ਤਾਂ ਅਜਿਹਾ ਕੁਝ ਸਾਹਮਣੇ ਆਇਆ ਨਹੀਂ। ਕੈਪਟਨ ਅਮਰਿੰਦਰ ਸਿੰਘ ਕਿਉਂਕਿ ਮੁੱਖ ਮੰਤਰੀ ਰਹੇ ਨੇ ਔਰ ਪਿਛਲੇ 10 ਸਾਲ ਤੋਂ ਸੈਂਟਰ ਦੇ ਵਿੱਚ ਬੀਜੇਪੀ ਦੀ ਸਰਕਾਰ ਹੈ, ਅਤੇ ਮੁੱਖ ਮੰਤਰੀ ਨੂੰ ਤਾਂ ਬੀਜੇਪੀ ਜਾ ਕੇ ਸੈਂਟਰ ਸਰਕਾਰ ਤੋਂ ਉਹ ਤਾਂ ਭਗਵੰਤ ਮਾਨ ਵੀ ਮਿਲਦੇ ਆ। ਉਹ ਇਸ ਕਰਕੇ ਨਹੀਂ ਕਿਹਾ ਜਾ ਸਕਦਾ ਕਿ ਜਾ ਕੇ ਮਿਲਦੇ ਆ ਪ੍ਰਤਾਪ ਸਿੰਘ ਬਾਜਵਾ ਨੂੰ। ਅੱਜ ਮੌਕਾ ਮਿਲੇ, ਅੱਜ ਪ੍ਰਧਾਨ ਮੰਤਰੀ ਜਾਂ ਅਮਿਤ ਸ਼ਾਹ ਉਹਨਾਂ ਨੂੰ ਕਹਿਣ ਕਿ ਆ ਕੇ ਮਿਲੋ, ਸਾਡੇ ਨਾਲ ਡਿਸਕਸ ਕਰੋ। ਮੈਂ ਕਹਿੰਦਾ ਜੇ ਇਦਾਂ ਦੀ ਕੋਈ ਗੱਲਬਾਤ ਸੀਗੀ ਤਾਂ 10 ਸਾਲਾਂ 'ਚ ਕਿਉਂ ਨਹੀਂ ਚੱਕੀ ਗਈ? ਉਸ ਲਈ ਤੁਸੀਂ ਸਵਾਲ ਕਰਦੇ। ਹੁਣ ਤੁਸੀਂ ਦੇਖੋ, ਵਿੱਚ ਜਦੋਂ ਸਿੱਧੂ ਆਏ ਆ, ਉਹ ਆਪਣੀ ਸਰਕਾਰ ਦੇ ਖਿਲਾਫ ਵੀ ਗੱਲਾਂ ਕਰਦੇ ਰਹੇ ਆ। ਜਿੱਥੇ ਉਹਨਾਂ ਨੂੰ ਲੱਗਿਆ ਉਹਨਾਂ ਨੇ ਆਵਾਜ਼ ਚੱਕੀ ਆ। ਜੇ ਹੁਣ ਤੁਸੀਂ 5 ਸਾਲ ਬਾਅਦ ਸਿੱਧੂ ਨੂੰ ਪੁੱਛੋਗੇ, ਉਹ ਕਹੂਗਾ ਮੈਂ ਤਾਂ ਉਸ ਲਈ ਜਦੋਂ ਮੈਨੂੰ ਲੱਗਿਆ ਮੈਂ ਉਸ ਲਈ ਸਵਾਲ ਕੀਤੇ ਆ, ਚਾਹੇ ਸਹੀ ਹੈ ਜਾਂ ਗਲਤ ਹੈ, ਮੈਂ ਕੁਐਸਚਨ ਪੁੱਟ ਕੀਤਾ ਹੈਗਾ। ਤਾਂ ਤੁਸੀਂ ਜੇ ਅੱਜ ਸਵਾਲ ਕਰ ਰਹੇ ਹੋ, ਉਹ ਤੁਹਾਡੇ ਉੱਤੇ ਸਵਾਲ ਬਣ ਜਾਂਦਾ ਕਿ ਤੁਸੀਂ ਸਵਾਲ ਪਹਿਲਾਂ ਕਿਉਂ ਨਹੀਂ ਕੀਤੇ। ਇਸ ਗੱਲ ਵਿੱਚ ਦੇਖੋ, ਸਿੱਧੂ ਕਾਫੀ ਟਰਾਂਸਪੇਰੈਂਟ ਹੈ। ਲੋਕਾਂ ਤੋਂ ਚਾਹੇ ਚੰਗਾਈ ਜਾਂ ਬੁਰਾਈ ਲੋਕ ਉਹਨੂੰ ਪਸੰਦ ਕਰਦੇ ਜਾਂ ਨਹੀਂ ਕਰਦੇ, ਉਹ ਗੱਲ ਵੱਖਰੀ ਹੈ। ਬਟ ਜਦੋਂ ਉਹਨਾਂ ਨੂੰ ਲੱਗਦਾ ਹੈਗਾ ਕਿ ਇਹ ਮੁੱਦਾ ਸਹੀ ਨਹੀਂ ਹੈਗਾ, ਉਹ ਔਨ ਦਾ ਸਪੌਟ ਉਸ ਚੀਜ਼ ਦੀ ਆਵਾਜ਼ ਚੱਕਦੇ ਵੀ ਹੈਗੇ ਆ। ਤਾਂ ਹੁਣ ਤੁਸੀਂ ਦੇਖੋ, ਵਿੱਚ ਉਹਨਾਂ ਦੀ ਜਿੱਦਾਂ ਰਿਹਾਈ ਹੋਣੀ ਸੀ, ਸ਼ਾਇਦ ਹੋ ਜਾਣਗੇ 1 ਅੱਧੇ ਮਹੀਨੇ 'ਚ। ਅਪ੍ਰੈਲ ਤੱਕ ਫਰਵਰੀ ਚੱਲਦਾ ਪਿਆ, ਤਾਂ 1 ਅੱਧੇ ਮਹੀਨੇ 'ਚ ਉਹਨਾਂ ਨੂੰ ਵੀ ਇੱਥੋਂ ਦੀ ਰਿਹਾਈ ਮਿਲਣ ਦੇ ਚਾਂਸਸ ਹੈਗੇ ਆ। ਤਾਂ ਉਹਦੇ ਬਾਅਦ ਇਹ ਰਾਜਨੀਤਿਕ ਜਿਹੜਾ ਮਾਹੌਲ ਹੈ ਉਹ ਹੋਰ ਗਰਮੀ ਵਾਲਾ ਥੋੜਾ ਹੋਰ ਸ਼ੁਰੂ ਹੋ ਜਾਊਗਾ। ਇਸ ਤਰ੍ਹਾਂ ਹੈ ਨਾ ਕਿ ਅਗਲਾ ਸਾਲ ਜਿਹੜਾ ਹੈਗਾ ਉਹ ਹੈਗਾ ਇਲੈਕਸ਼ਨ ਈਅਰ, ਜਨਰਲ ਇਲੈਕਸ਼ਨ ਈਅਰ ਹੈਗਾ ਅਗਲਾ ਸਾਲ। MP ਦੇ ਇਲੈਕਸ਼ਨ ਹੋਣੇ ਆ ਔਰ ਬਹੁਤ ਵੱਡੀ ਜ਼ਿੰਮੇਵਾਰੀ ਜਿਹੜੀ ਆ ਉਹ ਪੰਜਾਬ ਕਾਂਗਰਸ 'ਤੇ ਆਉਣ ਵਾਲੀ ਹੈ, ਕਿਉਂਕਿ ਪੰਜਾਬ ਕਾਂਗਰਸ ਦੇ ਬਹੁਤ ਸਾਰੇ ਵੱਡੇ ਲੀਡਰ ਜਿਹੜੇ ਹੈਗੇ ਆ ਉਹ BJP 'ਚ ਚਲੇ ਗਏ ਨੇ। ਅਤੇ ਉਸ ਵੇਲੇ ਜਿਹੜੀ ਕੈਂਪੇਨਿੰਗ ਹੋਣੀ ਹੈ, ਜੇ ਤੁਸੀਂ ਕਹੋ ਕਿ ਰਾਜਾ ਵੜਿੰਗ ਹੋ ਗਏ ਜਾਂ ਪ੍ਰਤਾਪ ਸਿੰਘ ਬਾਜਵਾ ਹੋ ਗਏ, ਇਹ ਇਕੱਲੇ ਲੀਡਰ ਜਿਹੜੇ ਹੈਗੇ ਆ, ਇਹ ਇੱਕ ਜਿਹੜੇ ਵੱਡੇ ਨਾਮ ਹੈਗੇ, ਮੈਂ ਤੁਹਾਨੂੰ ਕਹਿੰਦਾ ਕਿ ਇਸ ਵੇਲੇ ਨੇਤਾ ਪ੍ਰਤੀਪਕਸ਼ ਜਿਹੜੇ ਹੈਗੇ ਆ, ਵਿਪੱਖ ਦੇ ਜਿਹੜੇ ਲੀਡਰ ਹੈਗੇ ਆ, ਉਹ ਹੈਗੇ ਪ੍ਰਤਾਪ ਸਿੰਘ ਬਾਜਵਾ, ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਅਮਰਿੰਦਰ ਵੜਿੰਗ ਹੈਗੇ ਆ। ਠੀਕ ਹੈ ਜੀ। ਅਤੇ ਉਹ ਔਰ ਜਾਂ MP ਜਿਹੜੇ ਹੈਗੇ ਆ ਅਨੰਦਪੁਰ ਸਾਹਿਬ ਤੋਂ ਆਪਣੇ ਮਨੀਸ਼ ਤਿਵਾਰੀ, ਠੀਕ ਹੈ ਜੀ, ਇੱਧਰੋਂ ਹੋ ਗਏ ਔਜਲਾ, ਅਤੇ ਇਹ ਕੁਛ ਲੀਡਰ ਹੈਗੇ ਜਿਹੜੇ ਹੁਣ ਜਿਹੜੇ ਵੱਡੇ ਨਾਮ ਰਹਿ ਗਏ, ਜਿਨ੍ਹਾਂ ਨੇ ਕੈਂਪੇਨਿੰਗ ਸਾਂਭਣੀ ਹੈ ਜਾਂ ਜਿਨ੍ਹਾਂ ਦੇ ਮੋਢਿਆਂ 'ਤੇ ਜ਼ਿੰਮੇਵਾਰੀ ਆਊਗੀ, ਕਿਉਂਕਿ ਵਿਰੋਧੀ ਧਿਰ ਦੇ ਲੀਡਰ ਇਹ ਨੇ ਅਤੇ ਉੱਧਰੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਉਹ ਨੇ। ਇਹ 2 ਲੋਕਾਂ 'ਤੇ ਬਹੁਤ ਵੱਡੀ ਜ਼ਿੰਮੇਵਾਰੀ ਆ ਜਾਣੀ ਹੈ ਅਗਲੇ ਸਾਲ ਜਦੋਂ ਇਲੈਕਸ਼ਨ ਹੋਣੇ ਆ। ਅਤੇ ਪ੍ਰਤਾਪ ਸਿੰਘ ਬਾਜਵਾ ਨੇ ਜਿਹੜੀ
ਗਵਰਨਰ ਔਰ ਸੀਐਮ ਭਗਵੰਤ ਮਾਨ ਦੀ ਆਪਸ ਦੇ ਵਿੱਚ ਜਿਹੜੀ ਟਸਲ ਜਾਂ ਖਿੱਚਤੂ ਚੱਲ ਰਹੀ ਹੈ ਲੈਟਰਬਾਜੀ ਨੂੰ ਲੈ ਕੇ, ਉਹਦੇ ਵਿੱਚ ਜੋ ਕੁਝ ਵੀ ਕਿਹਾ ਹੈਗਾ ਉਹ ਉਸ ਵੇਲੇ ਵੀ ਲਾਗੂ ਸੀਗਾ ਜਦੋਂ ਇਹਨਾਂ ਦੀਆਂ ਸਰਕਾਰਾਂ ਸੀਗੀਆਂ। ਉਦੋਂ ਕਿੰਨਾ ਕੁ ਇਹਨਾਂ ਨੇ ਇਹਦਾ ਸਪੋਰਟ ਕੀਤਾ ਜਾਂ ਇਹਨੂੰ। ਹਾਂਜੀ ਹਾਂਜੀ, ਤੇ ਇਹਦੇ ਨਾਲ ਜੋ ਪ੍ਰਤਾਪ ਸਿੰਘ ਬਾਜਵਾ ਇਸ ਲਈ ਮਾਨ ਸਰਕਾਰ ਤੇ ਆਰੋਪ ਲਗਾਉਂਦੀ ਪਈ ਆ ਕਿ ਦੇਖੋ ਜੀ ਕਾਨੂੰਨ ਵਿਵਸਥਾ ਵਿਗੜੀ ਹੋਈ ਹੈ, ਲੋਕਾਂ ਨੂੰ ਬੇਰੋਜ਼ਗਾਰੀ 'ਚ ਦਿੱਕਤ ਆ ਰਹੀ ਹੈ, ਕ੍ਰਿਸ਼ੀ ਦੀ ਦਿੱਕਤ ਆ ਰਹੀ ਹੈ, ਇਹ ਚਲੋ ਮੁੱਦੇ ਹੈਗੇ, ਤੁਸੀਂ ਉਹ ਚੱਕੋ। ਧਿਆਨ ਜਿਸ ਗੱਲ ਤੇ ਸਰਕਾਰ ਦਾ ਨਹੀਂ ਹੈਗਾ, ਆਪੋਜੀਸ਼ਨ ਦਾ ਤਾਂ ਮਤਲਬ ਹੀ ਹੈ ਕਿ ਉਹ ਮੁੱਦੇ ਤੁਸੀਂ ਜਿਹੜੀ ਸਰਕਾਰ ਬੈਠੀ ਉਹਨਾਂ ਨੂੰ ਉਹ ਮੁੱਦੇ ਦਿਓ ਕਿ ਤੁਸੀਂ ਇਹ ਮੁੱਦੇ ਪੂਰੇ ਕਰੋ। ਇਸ ਲਈ ਇਹਨਾਂ ਦੀ ਰਿਕੁਆਇਰਮੈਂਟ ਹੈਗੀ ਆ। ਜਿਹੜੇ ਹੋਰ ਇੱਧਰ ਉੱਧਰ ਦੇ ਮੁੱਦੇ ਆ ਮੇਰੇ ਖਿਆਲ ਤੋਂ ਉਹਨਾਂ ਤੋਂ ਥੋੜ੍ਹਾ ਜਿਹਾ ਧਿਆਨ ਹਟ ਕੇ ਜਿਹੜਾ ਪੰਜਾਬ ਦੀ ਤਰੱਕੀ ਲਈ ਹੈਗਾ ਉੱਤੇ ਥੋੜ੍ਹਾ ਇਹਨਾਂ ਨੂੰ ਫੋਕਸ ਕਰਨਾ ਚਾਹੀਦਾ। ਭਗਵੰਤ ਮਾਨ ਤਾਂ ਤੁਹਾਨੂੰ ਪਤਾ ਹੀ ਹੈ, ਭਗਵੰਤ ਮਾਨ ਦੇ ਕਹਿਣ ਦਾ ਢੰਗ ਬੜਾ ਜ਼ਬਰਦਸਤ ਹੁੰਦਾ ਹੈ ਹੁਣ ਤੋਂ ਸੀਐਮ ਨੇ, ਲੇਕਿਨ ਆਲਰੇਡੀ ਉਹਨਾਂ ਦੇ ਕੋਲ ਕਿਉਂਕਿ ਅੰਦਰ ਉਹੀ ਇੱਕ ਕਲਾਕਾਰ ਵਸਿਆ ਹੋਇਆ। ਤੇ ਜਿੱਦਾਂ ਅੱਜ ਉਹਨਾਂ ਨੇ ਤਾਜ਼ਾ ਕਿਹਾ ਕਿ ਕਿਉਂਕਿ ਬਿਕਰਮ ਸਿੰਘ ਮਜੀਠੀਆ ਨੇ ਕੱਲ੍ਹ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਕਿ ਆਹ ਨਹੀਂ ਹੋ ਰਿਹਾ, ਉਹ ਨਹੀਂ ਹੋ ਰਿਹਾ, ਕਿਉਂਕਿ ਬਿਕਰਮ ਸਿੰਘ ਮਜੀਠੀਆ ਨੂੰ ਮਾਝੇ ਦਾ ਜਰਨੈਲ ਕਿਹਾ ਜਾਂਦਾ। ਪਹਿਲਾਂ ਇਹ ਉਹਨਾਂ ਨੂੰ ਕਿਹਾ ਬ੍ਰਹਮਪੁਰਾ ਸਾਹਿਬ ਨੂੰ ਕਿਹਾ ਜਾਂਦਾ ਸੀਗਾ, ਲੇਕਿਨ ਹੁਣ ਬਿਕਰਮ ਸਿੰਘ ਮਜੀਠੀਆ ਨੂੰ ਕਿਹਾ ਜਾਂਦਾ ਕਿ ਮਾਝੇ ਦੇ ਜਰਨੈਲ ਨੇ। ਤੇ ਉਹਨਾਂ ਨੇ ਬਿਆਨ ਦਿੱਤਾ ਕਿ ਇਹ ਹਾਰੀ ਹੋਈ ਫੌਜ ਦਾ ਜਰਨੈਲ ਹੈ। ਉਹਨਾਂ ਸਟਾਈਲ ਹੀ ਬੜਾ ਵੱਖਰਾ ਜਿਹਾ, ਉਹ ਕਟਾਕਸ਼ ਵੀ ਕਰਦੇ ਆ ਔਰ ਉਹਦੀ ਕਾਮੇਡੀ ਵੀ ਬਣ ਜਾਂਦੀ ਹੈ। ਔਰ ਜਦੋਂ ਇੱਦਾਂ ਦੀ ਕੋਈ ਗੱਲ ਕੋਈ ਲੀਡਰ ਉੱਠ ਕੇ ਕਰਦਾ ਹੈ ਨਾ, ਤਾਂ ਉਹਦੇ ਕਿਉਂਕਿ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਸੋਸ਼ਲ ਮੀਡੀਆ ਦੇ ਵਿੱਚ ਅਜਿਹੇ ਜਿਹੜੇ ਉਹ ਹੈਗੇ ਨਾ ਕਲਿੱਪ ਹੈਗੇ ਉਹ ਵਾਇਰਲ ਬਹੁਤ ਹੁੰਦੇ ਆ। ਬਹੁਤ ਛੇਤੀ ਜੀ ਛੋਟੇ ਛੋਟੇ ਕਲਿੱਪਸ ਹੈਗੇ, ਉਹਨਾਂ ਨੂੰ ਤੁਸੀਂ ਤੋੜ ਮਰੋੜ ਕੇ ਜਿਹੜੇ ਹਿਸਾਬ ਨਾਲ ਬਣਾਉਣਾ ਚਾਹੁੰਦੇ, ਜਿਹੜੀ ਹੈਡਿੰਗ ਦੇਣਾ ਚਾਹੁੰਦੇ ਆ, ਲੋਕਾਂ ਤੱਕ ਪਹੁੰਚ ਜਾਂਦੀ ਆ। ਉਹ ਫਿਰ ਘੁੰਮਦੀ ਰਹਿੰਦੀ, ਕਿਸੇ ਨੂੰ ਇਹ ਨਹੀਂ ਪਤਾ ਗੱਲ ਕਿੱਥੇ ਸ਼ੁਰੂ ਹੋਈ ਸੀ ਕਿੱਥੇ ਪਹੁੰਚੀ ਆ। ਤਾਂ ਇਸ ਕਰਕੇ ਮੇਰੇ ਹਿਸਾਬ ਨਾਲ ਪ੍ਰਤਾਪ ਸਿੰਘ ਬਾਜਵਾ ਹੁਣ ਚਲੋ ਇਕੱਲੇ ਹੀ ਹੈਗੇ, ਲੱਗੇ ਹੋਏ ਆ ਪੂਰਾ ਜ਼ੋਰ ਸ਼ੋਰ ਨਾਲ, ਤਾਂ ਕਈ ਸਹੀ ਗੱਲਾਂ ਵੀ ਕਰੀ ਜਾਂਦੇ, ਤਾਂ ਕਈ ਵਾਰ ਆਪਣੀ ਦਿਸ਼ਾ ਤੋਂ ਥੋੜਾ ਜਿਹਾ ਭਟਕ ਵੀ ਜਾਂਦੇ ਹੈਗੇ ਆ। ਦੇਖੋ ਪ੍ਰਤਾਪ ਸਿੰਘ ਬਾਜਵਾ, ਇਹਦੇ 'ਚ ਕੋਈ ਦੋ ਰਾਏ ਨਹੀਂ ਹੈ ਕਿ ਪ੍ਰਤਾਪ ਸਿੰਘ ਬਾਜਵਾ ਬਹੁਤ ਹੀ ਤਜਰਬੇਕਾਰ ਔਰ ਬਹੁਤ ਹੀ ਪਾਵਰਫੁਲ ਲੀਡਰ ਰਹੇ ਨੇ ਕੀ ਮਤਲਬ ਹੈਗੇ ਨੇ। ਤੇ ਉਹ ਪਾਰਟੀ ਦੀ, ਕਿਉਂਕਿ ਪਾਰਟੀ ਦੀ ਜ਼ਿੰਮੇਵਾਰੀ ਸਾਰੀ ਤਕਰੀਬਨ ਉਹਨਾਂ ਤੇ ਆ ਗਈ ਹੈ। ਉਹ ਹੋ ਗਏ ਔਰ ਅਮਰਿੰਦਰ ਵੜਿੰਗ ਹੋ ਗਏ, ਜਿਹੜੇ ਰਾਜਾ ਵੜਿੰਗ ਹੋ ਗਏ, ਇਹਨਾਂ ਤੇ ਇਹ ਜ਼ਿੰਮੇਵਾਰੀ ਹੁਣ ਆ ਗਈ ਹੈ ਡਾਇਰੈਕਟਲੀ। ਕਿਉਂਕਿ ਬਾਕੀ ਜਿਹੜੇ ਹੋਰ ਲੀਡਰ ਹੈਗੇ ਜਿਨ੍ਹਾਂ ਨੂੰ ਬਾਅਦ 'ਚ ਇਲੈਕਸ਼ਨ ਦੀ ਔਰ ਸਟਾਰ ਪ੍ਰਚਾਰਕਾਂ ਦੀ ਲਿਸਟ 'ਚ ਸ਼ਾਮਲ ਕੀਤਾ ਜਾਏਗਾ, ਹਾਲਾਂਕਿ ਉਦੋਂ ਤੱਕ ਤਾਂ ਨਵਜੋਤ ਸਿੰਘ ਸਿੱਧੂ ਵੀ ਬਾਹਰ ਆ ਜਾਣਗੇ, ਲੇਕਿਨ ਨਵਜੋਤ ਸਿੰਘ ਸਿੱਧੂ ਬਾਹਰ ਆ ਕੇ ਕਿਹੜੇ ਫੈਸਲੇ ਲੈਂਦੇ ਉਹ ਗੱਲ ਅਲੱਗ ਹੈ। ਉਹ ਜਿਹੜੀ ਜ਼ਿੰਮੇਵਾਰੀ ਹੈ ਨਾ ਉਹ ਇਹਨਾਂ 'ਤੇ ਵੱਡੀ ਆਉਣ ਵਾਲੀ ਹੈ। ਔਰ ਇਹਨਾਂ ਨੂੰ ਜਿਹੜੀ ਪ੍ਰਤਾਪ ਸਿੰਘ ਬਾਜਵਾ ਦਾ ਤਜਰਬਾ ਇਹਨਾਂ ਨੂੰ ਉਸ ਵੇਲੇ ਕੰਮ ਆਉਣਾ ਹੈ। ਕਿਉਂਕਿ ਪਹਿਲਾਂ ਤਾਂ ਇਹਨਾਂ ਦੇ ਬਰਾਬਰ ਦੇ ਸੁਨੀਲ ਜਾਖੜ ਵੀ ਸੀਗੇ, ਰਾਣਾ ਸੋਢੀ ਸੀਗੇ, ਹੋਰ ਕਈ ਜਿਹੜੇ ਲੀਡਰ ਸੀਗੇ ਜਿਹੜੇ ਹੁਣ ਉਹ ਬੀਜੇਪੀ 'ਚ ਚਲੇ ਗਏ ਨੇ। ਸੁਨੀਲ ਹੁਣ ਜਿਹੜੀ ਜ਼ਿੰਮੇਵਾਰੀ ਹੈ ਨਾ ਪ੍ਰਤਾਪ ਸਿੰਘ ਬਾਜਵਾ 'ਤੇ ਬਹੁਤ ਵੱਡੀ ਆਉਣ ਵਾਲੀ ਹੈ। ਔਰ ਪ੍ਰਤਾਪ ਸਿੰਘ ਬਾਜਵਾ ਤਾਂ ਹੀ ਸ਼ਾਇਦ ਇਹ ਅੱਗੇ ਹੋ ਕੇ ਹੁਣ, ਹਾਲਾਂਕਿ ਆਪੋਜੀਸ਼ਨ ਦੇ ਲੀਡਰ ਨੇ, ਅੱਗੇ ਤਾਂ ਉਹਨਾਂ ਨੂੰ ਹੋਣਾ ਹੀ ਪੈਣਾ। ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ ਕਿ ਲੋਕਾਂ ਦੀ ਆਵਾਜ਼ ਹੁੰਦੇ ਨੇ ਵਿਪੱਖ ਦੇ ਲੀਡਰ, ਤੇ ਅੱਗੇ ਤਾਂ ਉਹਨਾਂ ਨੂੰ ਹੋਣਾ ਹੀ ਪੈਣਾ। ਲੇਕਿਨ ਹੁਣ ਜ਼ਿਆਦਾ ਐਕਟਿਵ ਉਹ ਜਿਹੜੇ ਹੋ ਰਹੇ ਆ, ਉਹ ਸ਼ਾਇਦ ਮੈਨੂੰ ਇਹ ਲੱਗਦਾ ਕਿ ਇਸੇ ਕਰਕੇ ਹੋ ਰਹੇ ਨੇ ਕਿਉਂਕਿ ਅਗਲਾ ਸਾਲ ਜਿਹੜਾ ਉਹ ਇਲੈਕਸ਼ਨ ਈਅਰ ਹੈ। ਔਰ ਇਲੈਕਸ਼ਨ ਈਅਰ ਦੇ ਵਿੱਚ ਇਹ ਸਭ ਕੁਛ ਸਾਰੀਆਂ ਗੱਲਾਂ ਜਿਹੜੀਆਂ ਹੈਗੀਆਂ ਉਹ ਖੁੱਲ੍ਹ ਕੇ ਸਾਹਮਣੇ ਆਉਂਦੀ, ਸਟੇਜਾਂ ਲੱਗੀਆਂ ਹੁੰਦੀਆਂ ਔਰ ਤੁਸੀਂ ਖੁੱਲ੍ਹ ਕੇ ਜਿਹੜਾ ਉਸ ਵੇਲੇ ਬੋਲ ਸਕਦੇ ਹੋ। ਦੇਖੋ ਜੀ ਮਾਨ ਸਰਕਾਰ ਨੇ ਹੁਣ ਆਪਣੇ ਆਹ ਸਾਲ ਪੂਰਾ ਕਰ ਲਿਆ ਹੈਗਾ, ਤਾਂ ਕਈ ਕੰਮ ਉਹਨਾਂ ਨੇ ਕੀਤੇ ਹੈਗੇ, ਸਕੂਲ ਐਜੂਕੇਸ਼ਨ ਹੋ ਗਏ, ਮੈਡੀਕਲ ਹੋ ਗਿਆ, ਹੋਰ ਵੀ ਕਈ ਚੀਜ਼ਾਂ ਹੈਗੀਆਂ, ਕੰਮ ਤਾਂ ਉਹ ਕਰੀ ਜਾਂਦੇ ਹੈਗੇ। ਇਹ ਤਾਂ ਹੁਣ ਆਪੋਜੀਸ਼ਨ ਜਿਹੜੀ ਹੈਗੀ ਉਹ ਨਹੀਂ ਉਹ 'ਚ ਨੁਕਸ ਕੱਢਣੇ ਕਿ ਇਹ ਕੰਮ ਸਹੀ ਹੋਏ ਜਾਂ ਨਹੀਂ ਹੋਏ, ਜਾਂ ਸਰਕਾਰ ਨੂੰ ਉਹ ਗਾਈਡ ਕਰਨਾ ਉਹਨਾਂ ਦਾ ਇੱਕ ਫਰਜ਼ ਬਣਦਾ ਹੈਗਾ ਕਿ ਜਿਹੜਾ ਕੰਮ ਤੁਸੀਂ ਕੀਤਾ ਉਹ 'ਚ ਆਹ ਕਮੀ ਪੇਸ਼ੀਆਂ ਸੀਗੀਆਂ, ਤੁਸੀਂ ਇਹਨੂੰ ਹੋਰ ਵਧੀਆ ਕਰੋ, ਲੋਕਾਂ ਨੂੰ ਫਾਇਦਾ ਹੋਵੇ। ਦੇਖੋ ਜਦੋਂ ਆਪੋਜੀਸ਼ਨ ਕੋਈ ਮੁੱਦਾ ਚੱਕੂਗੀ ਤਾਂ ਆਮ ਜਨਤਾ ਦਾ ਹੀ ਫਾਇਦਾ ਹੋਣਾ, ਨਾ ਸਰਕਾਰ ਦਾ ਹੋਣਾ ਨਾ ਕਿਸੇ ਦਾ। ਇਸ ਕਰਕੇ ਆਮ ਜਨਤਾ ਦਾ ਫਾਇਦਾ ਉਸ ਲਈ ਹੋਊਗਾ ਜਦੋਂ ਆਪੋਜੀਸ਼ਨ ਤਗੜੀ ਹੋਊਗੀ, ਤਾਂ ਉਹ ਸਵਾਲ ਚੱਕੂਗੀ ਕਿ ਜੋ ਕੰਮ ਤੁਸੀਂ ਕੀਤਾ ਠੀਕ ਹੈ, ਇਹਦੇ 'ਚ ਆਹ ਚੀਜ਼ਾਂ ਹੋਰ ਹੋ ਸਕਦੀਆਂ ਸੀ। ਇਹ ਮੇਰੇ ਖਿਆਲ ਤੋਂ ਜਦੋਂ ਵੀ ਕੋਈ ਟੌਪਿਕ ਉੱਠਦਾ ਹੈਗਾ ਕਿ ਅਸੀਂ ਆਹ ਤਰੱਕੀ ਕੀਤੀ ਹੈ ਜਾਂ ਅਚੀਵਮੈਂਟ ਕੀਤੀ ਹੈ, ਸਕੂਲ ਖੋਲ੍ਹਿਆ, ਮਾਡਲ ਸਕੂਲ ਖੋਲ੍ਹਿਆ ਜਾਂ ਕੁਛ ਵੀ ਹੈ, ਬੱਚਿਆਂ ਵਾਸਤੇ ਕੋਈ ਨਈ ਟੈਕਨੋਲੋਜੀ ਲੈ ਕੇ ਆ ਰਹੇ ਹਾਂ ਜਾਂ ਟੀਚਰ ਅਸੀਂ ਬਾਹਰ ਭੇਜ ਰਹੇ ਹੈਗੇ, ਤਾਂ ਉਹ 'ਚ ਤੁਸੀਂ ਆਪਣੀ ਇੱਕ ਸਲਾਹ ਜ਼ਰੂਰ ਐਡ ਔਨ ਕਰ ਸਕਦੇ ਹੋ ਕਿ ਇਹ 'ਚ ਆਹ ਚੀਜ਼ਾਂ ਹੋਣੀ ਚਾਹੀਦੀਆਂ ਸੀ, ਆਹ ਨਹੀਂ ਹੋਈਆਂ। ਉਹ ਪੁਆਇੰਟ ਉਹਨਾਂ ਨੂੰ ਦਿਓ ਕਿ ਇਹ ਤੁਸੀਂ ਵੀ ਉਹ 'ਚ ਤੁਹਾਡਾ ਵੀ ਇੱਕ ਕੰਟਰੀਬਿਊਸ਼ਨ ਆ ਜਾਂਦਾ ਹੈਗਾ। ਦੇਖੋ ਮੇਨ ਰੂਲਿੰਗ ਪਾਰਟੀ ਉਹ ਆਪਣਾ ਤਾਂ ਕੰਮ ਕਰ ਹੀ ਰਹੀ ਹੈ, ਉਹਨ ਜੋ ਕਰਨਾ ਸੀ ਕਰਤਾ। ਹੁਣ ਤੁਹਾਡਾ ਜਿਹੜਾ ਆਪੋਜੀਸ਼ਨ ਹੈਗਾ, ਤੁਸੀਂ ਉਹ 'ਚ ਜੇ 3-4 ਪੁਆਇੰਟ ਇੱਦਾਂ ਦੇ ਦਿਓ ਕਿ ਉਹ ਸਰਕਾਰ ਉਹ ਪੁਆਇੰਟ ਕਰ ਲਵੇ, ਤਾਂ ਲੋਕਾਂ ਨੂੰ ਵੀ ਤਾਂ ਇਹੀ ਸਮਝ ਆਊਗੀ ਕਿ ਹਾਂ ਆਪੋਜੀਸ਼ਨ ਨੇ ਵੀ ਇਹ ਕੰਮ ਕਰਾਇਆ, ਤਾਂ ਦੋਨੋਂ ਨੇ ਮਿਲ ਕੇ ਕੰਮ ਕੀਤਾ। ਤਾਂ ਲੋਕਾਂ ਨੂੰ ਵੀ ਇਹ ਸਮਝ ਲੱਗਦੀ ਹੈ ਕਿ ਇਹ ਚੀਜ਼ ਹੈਗੀ ਹੈ ਦੋਨੋਂ ਪੰਜਾਬ ਦੀ ਤਰੱਕੀ ਲਈ ਹੀ ਕੰਮ ਕਰ ਰਹੇ। ਔਰ ਆਉਣ ਵਾਲਾ ਜੋ ਇਲੈਕਸ਼ਨ ਜਦੋਂ ਆਊਗਾ ਤਾਂ
ਤਾਂ ਲੋਕਾਂ ਨੂੰ ਇੱਕ ਸੋਚਣ ਦਾ ਜ਼ਰੂਰ ਮੌਕਾ ਮਿਲੂਗਾ ਕਿ ਅਸੀਂ ਕਿਤੇ ਵਿਸ਼ਵਾਸ ਕਰਨਾ ਜਾਂ ਕਿਤੇ ਨਹੀਂ ਕਰਨਾ, ਕਿ ਸਾਡੇ ਵਾਸਤੇ ਦੋਨੋਂ ਹੀ ਸਹੀ ਹੈ। ਇਸ ਲਈ ਜਦੋਂ ਇੱਕ ਬੰਦਾ ਹੀ ਕੰਮ ਕਰ ਰਿਹਾ ਔਰ ਦੂਸਰਾ ਬੰਦਾ ਜੇ ਉਸ ਕੰਮ ਦੇ ਉੱਤੇ ਕੁਝ ਲੱਤ ਉਹਦੀ ਖਿੱਚ ਰਿਹਾ, ਤਾਂ ਉਹ ਵੀ ਚੀਜ਼ਾਂ ਲੋਕਾਂ ਨੂੰ ਨਜ਼ਰ ਆਉਂਦੀ ਕਿ ਇਹ ਸਿਰਫ ਆਪਣਾ ਹੀ ਫਾਇਦਾ ਦੇਖਣ ਵਾਸਤੇ ਇਹ ਮੁੱਦੇ ਚੱਕ ਰਹੇ, ਇਹਦੇ ਨਾਲ ਲੋਕਾਂ ਦਾ ਕੋਈ ਫਾਇਦਾ ਨਹੀਂ ਹੋ ਰਿਹਾ। ਪ੍ਰਤਾਪ ਸਿੰਘ ਬਾਜਵਾ, ਮੈਂ ਤੁਹਾਨੂੰ ਦੱਸਿਆ ਕਿਉਂਕਿ ਤਜਰਬੇਕਾਰ ਲੀਡਰ ਨੇ, ਉਹਨਾਂ ਨੇ ਬਕਾਇਦਾ ਸੰਵਿਧਾਨ ਦੀਆਂ ਉਹ ਧਾਰਾਵਾਂ ਦਾ ਵੀ ਜ਼ਿਕਰ ਕੀਤਾ ਹੈ ਜਿਹੜੀਆਂ ਸਰਕਾਰ ਦੇ ਮੁਖੀ ਨੂੰ ਯਾਨੀ ਸੀਐਮ ਨੂੰ ਔਰ ਰਾਜਪਾਲ ਦੇ ਜਵਾਬਦੇਹ ਬਣਾਉਂਦੀਆਂ ਨੇ। ਬਕਾਇਦਾ ਉਹਨਾਂ ਧਾਰਾਵਾਂ ਦਾ ਵੀ ਆਪਣੇ ਬਿਆਨਾਂ ਦੇ ਵਿੱਚ ਜ਼ਿਕਰ ਕੀਤਾ ਔਰ ਉਹਨਾਂ ਨੂੰ ਕਿਹਾ ਕਿ ਜਿਹੜੇ ਮੌਜੂਦਾ ਜਿਹੜੇ ਸੀਐਮ ਹੈਗੇ ਆ ਭਗਵੰਤ ਮਾਨ, ਉਹਨਾਂ ਨੂੰ ਰਾਜਪਾਲ ਦਾ ਸਨਮਾਨ ਕਰਨਾ ਚਾਹੀਦਾ ਕਿਉਂਕਿ ਰਾਜਪਾਲ ਨੇ ਹੀ ਉਹਨਾਂ ਨੂੰ ਅਹੁਦੇ ਦੀ ਸਹੁੰ ਚੁਕਾਈ ਹੈ। ਇਹ ਗੱਲ ਤਾਂ ਠੀਕ ਹੈ, ਬਟ ਜੇ ਆਪਾਂ ਪੋਲਿਟਿਕਸ ਵਿੱਚ ਦੇਖੀਏ ਕਿ ਇੱਦਾਂ ਦੇ ਹੋਰ ਕਿਸੇ ਸਟੇਟ 'ਚ ਇੱਦਾਂ ਦੀ ਕੋਈ ਬਿਆਨਬਾਜ਼ੀ ਹੋ ਰਹੀ ਹੈ ਤਾਂ ਨਹੀਂ ਹੋ ਰਹੀ ਹੈ। ਤੁਸੀਂ ਜੇ ਪਿਛਲੇ ਕੁਝ ਸਾਲਾਂ ਵਿੱਚ ਇੱਦਾਂ ਦਾ ਕੋਈ ਰਿਕਾਰਡ ਦੇਖੋਗੇ ਤਾਂ ਤੁਹਾਨੂੰ ਇੱਦਾਂ ਦਾ ਟਕਰਾਵ ਕਿਤੇ ਹੋਰ ਨਜ਼ਰ ਨਹੀਂ ਆ ਰਿਹਾ। ਪੰਜਾਬ 'ਚ ਕੁਝ ਮਾਹੌਲ ਇੱਦਾਂ ਦਾ ਹੈ ਕਿ ਸੀਐਮ ਪੀਐਮ ਦਾ ਹੋ ਜਾਂਦਾ, ਸੀਐਮ ਦਾ ਗਵਰਨਰ ਨਾਲ ਹੋ ਜਾਂਦਾ, ਸੀਐਮ ਦਾ ਮਿਲਟਰੀ ਨਾਲ ਕੋਈ ਕਲੈਸ਼ ਹੋ ਜਾਂਦਾ। ਇਹ ਸਾਰੇ ਪਾਸੇ ਹੀ ਆਪਣਾ ਜਿਹੜਾ ਪੰਜਾਬ ਦਾ ਸੀਐਮ ਕਾਫੀ ਜ਼ਿਆਦਾ ਪਪੂਲਰ ਹੋ ਚੁੱਕਿਆ ਹੈਗਾ। ਹਾਂ, ਨਹੀਂ ਕਿਉਂਕਿ ਬੋਲਣ ਦੇ ਵਿੱਚ ਇੱਦਾਂ ਨਾ ਕਿ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀਗਾ ਕਿ ਇਹ ਲਿਖਾਰੀ ਵੀ ਹੈ। ਬੋਲਣ ਦੇ ਨਾਲ ਲਿਖਾਰੀ ਸ਼ਬਦ ਬਹੁਤ ਹੈ, ਸ਼ਬਦਾਵਲੀ ਬਹੁਤ ਹੈਗੀ ਇਹਨਾਂ ਕੋਲ, ਅਤੇ ਉਹ ਜ਼ਾਹਿਰ ਹੈ ਕਿ ਉਹ ਕਿਤੇ ਨਾ ਕਿਤੇ ਉਹਦਾ ਇਸਤੇਮਾਲ ਭਗਵੰਤ ਮਾਨ ਕਰਦੇ ਹੈ। ਔਰ ਓਪੋਜੀਸ਼ਨ ਲੀਡਰ ਜਿਹੜੇ ਸਾਡੇ ਹੈਗੇ ਉਹ ਵੀ ਤਜਰਬੇਕਾਰ ਹੈ, ਉਹ ਸਿਆਸੀ ਭਾਸ਼ਾ ਬੋਲਦੇ ਹੈ। ਇਹ ਥੋੜ੍ਹੀ ਜਿਹੀ ਵਿੱਚ ਉਹਦੇ 'ਚ ਜਿਹੜੀ ਕਿਤਾਬੀ ਭਾਸ਼ਾ ਹੈ ਉਹ ਵੀ ਵਿੱਚ ਮਿਲਾ ਲੈਂਦੇ ਆ। ਦੋਨੋਂ ਰਲ ਕੇ ਜਦੋਂ ਬਹਿਸਬਾਜ਼ੀ ਜਿਹੜੀ ਹੁੰਦੀ ਹੈ ਨਾ, ਉਹ ਇੱਕ ਤਰ੍ਹਾਂ ਦੀ ਇਹ ਵੀ ਗੱਲ ਕਾਫੀ ਹੱਦ ਤੱਕ ਪ੍ਰਤਾਪ ਸਿੰਘ ਬਾਜਵਾ ਦੀ ਸਹੀ ਹੈ ਕਿ ਇਸ ਬਹਿਸਬਾਜ਼ੀ ਤੋਂ ਹਟ ਕੇ ਸੂਬੇ ਦੀ ਤਰੱਕੀ ਵੱਲ ਧਿਆਨ ਦੇਣਾ ਚਾਹੀਦਾ। ਇੰਨਾ ਜ਼ਿਆਦਾ ਵਧਾ ਕੇ ਉੱਤੇ ਇੰਨੀ ਜ਼ਿਆਦਾ ਚਰਚਾ ਕਰਨ ਦੀ ਲੋੜ ਨਹੀਂ ਸੀ। ਉਹਨੂੰ ਸ਼ਾਇਦ ਘਟਾ ਵੀ ਸਕਦੇ ਸੀ ਜਾਂ ਘੱਟ ਵੀ ਸਕਦੇ ਸੀ। ਉੱਤੇ ਜ਼ਿਆਦਾ ਇੰਨਾ ਬਹਿਸ ਕਰਨ ਦੀ ਲੋੜ ਨਹੀਂ ਸੀ। ਆਪਣਾ ਹੋਰ ਜਿਹੜੇ ਕੰਮ ਕਰਨ ਵਾਲੇ ਹੈਗੇ ਬਥੇਰੇ ਕੰਮ ਹੈਗੇ, ਤਾਂ ਉੱਤੇ ਵੀ ਇਹਨਾਂ ਨੂੰ ਫੋਕਸ ਕਰਨਾ ਚਾਹੀਦਾ ਸੀਗਾ। ਠੀਕ ਹੈ ਤੇਜਿੰਦਰ ਜੀ, ਅੱਜ ਆਪਾਂ ਪ੍ਰਤਾਪ ਸਿੰਘ ਬਾਜਵਾ ਜਿਹੜੇ ਇਸ ਵੇਲੇ ਓਪੋਜੀਸ਼ਨ ਲੀਡਰ ਨੇ, ਉਹਨਾਂ ਨੂੰ ਆਪਣੇ ਅੱਜ ਦਾ ਮੁੱਦਾ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕੀਤਾ ਸੀਗਾ। ਔਰ ਕਾਫੀ ਕੁਝ ਜਿਹੜੀ ਅੱਜ ਕੱਲ੍ਹ ਬਿਆਨਬਾਜ਼ੀਆਂ ਹੋ ਰਹੀਆਂ ਸਰਕਾਰ ਦੇ ਖਿਲਾਫ, ਜਿਹੜੇ ਪ੍ਰਤਾਪ ਸਿੰਘ ਬਾਜਵਾ ਬਿਆਨਬਾਜ਼ੀ ਕਰ ਰਹੇ ਆ ਔਰ ਉਹਨਾਂ ਨੂੰ ਸਰਕਾਰ ਕੀ ਜਵਾਬ ਦੇ ਰਹੀ, ਇਹਦੇ ਬਾਰੇ ਚਰਚਾ ਕੀਤੀ। ਅਜਿਹੀ ਫਿਰ ਕਿਸੇ ਮੁੱਦੇ ਨੂੰ ਸ਼ਾਮਿਲ ਕਰਕੇ ਅੱਜ ਦਾ ਮੁੱਦਾ ਪ੍ਰੋਗਰਾਮ ਲੈ ਕੇ ਮੈਂ ਫਿਰ ਹਾਜ਼ਰ ਹੋਵਾਂਗਾ। ਹੁਣ ਇਜਾਜ਼ਤ ਦਿਓ, ਧੰਨਵਾਦ।